ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ ਕੀਨ। ਮਰਨੇ ਤੇ ਕਿਆ ਡਰਪਣਾ, ਜੋ ਹਾਥ ਸੰਧੌਰਾ ਲੀਨ। ਮਰਨੇ ਤੇ ਕਿਆ ਡਰਪਣਾ, ਜੋ ਹਾਥ ਸੰਧੌਰਾ ਲੀਨ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਾਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਨ। ਹਮਾਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਨ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਹੋਈ ਸਰਬ ਕਲਿਆਣ, ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਾਧ ਕੁਰਬਾਨ, ਜਿਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਾਧ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਗਰੀਬ ਨਵਾਜ਼ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਗਰੀਬ ਨਵਾਜ਼ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਜਨਮ ਦੀਆਂ ਘੜੀਆਂ ਨੂੰ ਸਫਲੇ ਕਰ ਰਹੇ ਸੀ। ਹੁਣ ਜੋ ਸਤਿਗੁਰੂ ਸਾਹਿਬ ਜੀ ਦੇ ਇਸ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ
ਜੋ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮੇ ਬਖਸ਼ਿਸ਼ ਕਰਦੇ ਹਨ, ਤਿੰਨਾਂ ਦੀ ਕਥਾ ਹਰ ਰੋਜ਼ ਇਸ ਪਾਵਨ ਦਰਬਾਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਤੋਂ ਆਪ ਸਿੱਖ ਸੰਗਤਾਂ ਸਰਵਣ ਕਰਦੇ ਹੋ। ਸੋ ਜਿੱਥੇ ਆਪ ਜੀ ਨੇ ਅੱਜ ਦੇ ਦਿਹਾੜੇ ਇਹ ਪਾਵਨ ਹੁਕਮ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਹੀ ਨਾਲ ਦੇ ਨਾਲ ਖਾਲਸਾ ਪੰਥ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਬੜੇ ਵੱਡੇ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚੇਚੇ ਉਦਮਾਂ ਦਾ ਸਦਕਾ ਗੁਰੂ ਪੰਥ ਦੇ ਸਰਮੋਰ ਸ਼ਹੀਦਾਂ 'ਚੋਂ ਸਰਦਾਰ ਭਾਈ ਲਛਮਣ ਸਿੰਘ ਜੀ ਅਤੇ ਤਿੰਨਾਂ ਦੇ ਜਥੇ ਦੀ ਸ਼ਹੀਦੀ ਯਾਦ ਦੇ ਵਿੱਚ ਜੋ ਸ੍ਰੀ ਨਨਕਾਣਾ ਸਾਹਿਬ ਵਿਖੇ ਖੂਨੀ ਸਾਕਾ ਵਰਤਿਆ ਹੈ, ਤਿਸ ਦੀ ਪਵਿੱਤਰ ਯਾਦ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ। ਜੋ 19, 20 ਅਤੇ 21 ਤਰੀਕ ਨੂੰ ਗੁਰੂ ਪੰਥ ਨੇ ਪ੍ਰੋਗਰਾਮ ਉਲੀਕੇ ਹਨ, ਜਿਸ ਦੀ ਕੁਝ ਕਥਾ ਆਪ ਜੀ ਨੇ ਕੱਲ੍ਹ ਦੇ ਦਿਹਾੜੇ ਸਿੰਘ ਸਾਹਿਬ ਜੀ ਦੀ ਪਾਵਨ ਰਸਨਾ ਪਾਸੋਂ ਸਰਵਣ ਕੀਤੀ ਸੀ ਕਿ ਇਹ ਜੋ ਮਹੰਤ ਭਾਈਚਾਰਾ ਹੈ, ਜੋ ਬਹੁਤੇ ਵੱਡੇ ਪੱਧਰ ਦੇ ਉੱਤੇ ਮਨ ਆਈਆਂ ਕਰ ਰਿਹਾ ਹੈ, ਉਹਦੇ ਵਿਸ਼ੇਸ਼ ਕਾਰਨ ਕੁਝ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਦਰਸਾਏ ਸਨ। ਖਾਲਸਾ ਜੀ, ਦੁਨੀਆ ਦੇ ਉੱਤੇ ਕੋਈ ਵੀ ਕੌਮ ਜੋ ਬਹੁਤ ਲੰਮੇ ਸਮੇਂ ਤੋਂ ਗੁਲਾਮ ਹੋਵੇ, ਸਮੇਂ ਦੀਆਂ ਹਕੂਮਤਾਂ ਉਸ ਕੌਮ ਦੇ ਅੰਦਰ ਲੋਕਾਂ ਨੂੰ ਖਰੀਦ ਕਰਕੇ ਤੇ ਉਸ ਕੌਮ ਦਾ ਧਰਮ ਨਸ਼ਟ ਕਰਨ ਦਾ ਯਤਨ ਕਰਦੀਆਂ ਹਨ। ਉਸ ਸਮੇਂ ਵਿੱਚ ਵੀ ਇਹੋ ਕੀਤਾ ਗਿਆ। ਜਾਂ ਗਾਹੇ ਬਗਾਹੇ ਆਪ ਜੀ ਜਿਵੇਂ ਜਿਵੇਂ ਆਪਣੇ ਪਾਵਨ ਇਤਿਹਾਸ ਨੂੰ ਪੜ੍ਹੋਗੇ, ਮੁਸਲਮਾਨਾਂ ਵੱਲੋਂ ਜਦੋਂ ਹੁਕਮਰਾਨ ਮੁਗਲ ਸ਼ਾਸਕ ਹੋਏ ਹਨ, ਤਿੰਨਾਂ ਨੇ ਗਾਹੇ ਬਖਾਏ ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਨੂੰ ਪੂਰਨ ਦਾ ਯਤਨ ਕਰਨਾ, ਭਾਵੇਂ ਮੱਸੇ ਰੰਗੜ ਵਰਗਿਆਂ ਨੂੰ ਭੇਜ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਵੇਸਵਾਵਾਂ ਨਚਾਉਣੀਆਂ, ਇਸੇ ਹੀ ਤਰੀਕੇ ਦੇ ਨਾਲ ਪਾਵਨ ਦਰਬਾਰ ਦੀ ਇਮਾਰਤ ਨੂੰ ਢਾਉਣ ਦਾ ਯਤਨ ਕਰਨਾ, ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਭੈੜੀਆਂ ਕੁਰੀਤੀਆਂ ਕੋਈ ਚਾਲਾਂ ਕਰਾਉਣੀਆਂ, ਇਹ ਸਾਰੇ ਦੇ ਸਾਰੇ ਯਤਨ ਇਹੋ ਹੀ ਹੋਇਆ ਕਰਦੇ ਹਨ ਕਿ ਜਿਸ ਕੌਮ ਨੂੰ ਗੁਲਾਮ ਕੀਤਾ ਹੈ, ਇਸ ਦੇ ਅੰਦਰੋਂ ਗੈਰਤ ਤੇ ਅਣਖ ਨੂੰ ਮੁਕਾ ਦਿੱਤਾ ਜਾਵੇ। ਇਹੋ ਹੀ ਵਤੀਰਾ ਅੰਗਰੇਜ਼ਾਂ ਨੇ ਇਹਨਾਂ ਮਹੰਤਾਂ ਨੂੰ ਆਪਣੇ ਨਾਲ ਰਲਾ ਕੇ ਇਹ ਯਤਨ ਕੀਤਾ ਕਿ ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਘਰ ਦੇ ਜੋ ਸਿਧਾਂਤ ਹੈ, ਇਸ 'ਤੇ ਭਾਰੀ ਸੱਟ ਮਾਰੀ ਜਾਵੇ। ਕਾਰਨ ਕੀ ਹੈ ਕਿ ਗੁਰੂ ਕੇ ਸਿੱਖ ਜਿਹੜੇ ਹਨ, ਇਹਨਾਂ ਗੁਰਦੁਆਰਿਆਂ, ਇਹਨਾਂ ਧਰਮਸ਼ਾਲਾ ਦੇ ਵਿੱਚੋਂ ਹੀ ਇਹ ਵੱਡੀ ਸੇਧ ਲੈ ਕਰਕੇ ਤੇ ਇਹ ਸੰਸਾਰ ਦੇ ਵਿੱਚ ਆਪਣੇ ਧਰਮ ਨੂੰ ਉਜਾਗਰ ਕਰ ਰਹੇ ਹਨ। ਇੱਕ ਹੋਰ ਵੀ ਕਾਰਨ ਹੁੰਦਾ ਹੈ, ਹਮੇਸ਼ਾ ਹੀ ਇਸ ਸੰਸਾਰ ਦਾ ਸੁਭਾਅ ਹੈ, ਆਪਣੇ ਸੁਭਾਅ ਮੁਤਾਬਕ ਹੀ ਆਪਾਂ ਵਿਚਾਰ ਕਰਕੇ ਵੇਖੀਏ, ਜਿਹੜਾ ਨਗਰ ਵਿੱਚ ਅਮੀਰ ਹੋਵੇ ਨਾ, ਸੁਭਾਵਕ ਹੀ ਬਾਕੀ ਨਗਰ ਉਹਦੇ ਨਾਲ ਖਹਿਬਾਜ਼ੀ ਕਰਨ ਲੱਗ ਪੈਂਦਾ। ਸੁਭਾਵਕ ਹੈ, ਇਹ ਮਨੁੱਖ ਦਾ ਸੁਭਾਅ ਹੈ। ਜਿਹੜਾ ਆਪਣੇ ਤੋਂ ਅੱਗੇ ਹੋਵੇ ਉਹਦੇ ਨਾਲ ਈਰਖਾ ਦਾ ਸੁਭਾਅ ਜ਼ਰੂਰ ਬਣ ਜਾਂਦਾ। ਤੇ ਇਸੇ ਤਰੀਕੇ ਦੇ ਨਾਲ ਧਰਮਾਂ ਵਿੱਚ ਵੀ ਇਹ ਬਣ ਆਇਆ ਹੈ। ਧਰਮਾਂ ਦੀ ਹੋਂਦ, ਧਰਮਾਂ ਦੇ ਇਤਿਹਾਸ ਨੂੰ ਪੜ੍ਹੋ ਤਾਂ ਜਿਹੜਾ ਧਰਮ ਆਪਣੇ ਨਾਲੋਂ ਅੱਗੇ ਪ੍ਰਤੀਤ ਹੁੰਦਾ ਜਾਪਦਾ ਹੋਵੇ, ਉਹਦੇ ਨਾਲ ਸੁਭਾਵਕ ਹੀ ਜੈਲਸੀ ਪ੍ਰਤੀਤ ਹੋਣ ਲੱਗ ਪੈਂਦੀ। ਇਹਨਾਂ ਨੇ ਵੀ ਵੇਖਿਆ ਹੈ, ਅੰਗਰੇਜ਼ਾਂ ਨੇ ਵੀ, ਕਿ ਅਸੀਂ ਇੱਕ ਈਸਾ ਦੇ ਉੱਤੇ ਐਡਾ ਵੱਡਾ ਮਾਣ ਕਰੀ ਜਾਂਦੇ ਹਾਂ, ਬੜੀ ਵੱਡੀ ਸ਼ਹਾਦਤ ਹੈ ਉਹਨਾਂ ਦੀ, ਇਹੋ ਹੀ ਦਰਸਾ ਰਹੇ ਦੁਨੀਆ ਦੇ ਲੋਕਾਂ ਨੂੰ। ਪਰ ਭਾਈ ਇੱਥੇ ਤੇ ਪੰਥ ਹੀ ਸਾਰਾ ਈਸਾ ਜੀ ਵਰਗੇ ਸ਼ਹੀਦਾਂ ਦਾ ਭਰਿਆ ਹੋਇਆ ਹੈ। ਕੋਈ 1, 2, 10 ਨਹੀਂ, ਕਿੰਨਿਆਂ ਕੁ ਦੀ ਗਿਣਤੀ ਕਰੀਏ, ਇੱਕ ਦੂਜੇ ਤੋਂ ਵੱਡੀ ਸ਼ਹਾਦਤ ਹੈ ਇਹਨਾਂ ਦੀ। ਐਸਾ ਜਿਹੜਾ ਸ਼ਹੀਦੀਆਂ ਵਾਲਾ ਪੰਥ ਹੈ, ਹੋਵੇ ਨਾ ਇਸ ਪੰਥ ਨੂੰ ਹੀ ਸੰਸਾਰ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ। ਪਰ ਇਹ ਅਣਜਾਣ ਕੀ ਜਾਣਨ
ਇਹ ਪੰਥ ਨੂੰ ਸਾਜਣ ਵਾਲੇ ਪਾਤਸ਼ਾਹ ਜੀ ਨੇ ਜਿਸ ਸਮੇਂ ਅਖੀਰੀ ਮੋਹਰ ਲਾਈ ਹੈ ਉਸ ਸਮੇਂ ਬਚਨ ਕੀਤੇ ਹਨ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਪੰਥ ਹੈ। ਕੌਣ ਹੈ ਜੀ ਇਹ? ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਸਾਜੀ ਹੋਈ ਫੌਜ ਹੈ। ਇਸ ਨੂੰ ਕੌਣ ਮੁਕਾ ਸਕਦਾ ਹੈ? ਜੋ ਗੁਰਦੇਵ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਪੰਥ ਨੂੰ ਆਪ ਕਿਰਪਾ ਕਰਕੇ ਜਿਹਦੇ ਬਾਨੀ ਅਕਾਲ ਪੁਰਖ ਵਾਹਿਗੁਰੂ ਆਪ ਹੋਣ, ਉਹਨੂੰ ਭਾਈ ਕੌਣ ਨਾਸ ਕਰ ਸਕਦਾ ਸੀ? ਰਹੋ ਵਿਚਾਰ। ਹੁਣ ਜਿਵੇਂ ਸਿੰਘ ਸਾਹਿਬ ਜੀ ਨੇ ਕੱਲ੍ਹ ਦੇ ਦਿਹਾੜੇ ਦਰਸਾਇਆ ਸੀ ਕਿ ਤਰਨਤਾਰਨ ਸਾਹਿਬ ਵਿਖੇ ਇਹਨਾਂ ਨੇ 2 ਸਿੰਘਾਂ ਨੂੰ ਸ਼ਹੀਦ ਕਰਕੇ ਮਹੰਤਾਂ ਨੇ ਆਪਣੇ ਮਾੜੇ ਮਨਸੂਬੇ ਜਿਹੜੇ ਸਨ ਉਹ ਦਰਸਾ ਦਿੱਤੇ ਹਨ ਕਿ ਅਸੀਂ ਕਿਸੇ ਵੀ ਕੀਮਤ 'ਤੇ, ਕਿਉਂਕਿ ਜਿੰਨੇ ਵੀ ਸਰਬਰਾਹ ਅੰਗਰੇਜ਼ਾਂ ਦੇ ਲਾਏ ਹੋਏ ਹਨ ਉਹਨਾਂ ਦੀ ਸਿੱਧੇ ਤੌਰ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਸ਼ਮੂਲੀਅਤ ਹੈ। ਸਾਰਾ ਪ੍ਰਬੰਧ ਉਹਨਾਂ ਨੇ ਆਪਣੇ ਅਧੀਨ ਕੀਤਾ ਹੋਇਆ ਹੈ। ਹੁਣ ਉਧਰ ਜਿਹੜਾ ਨਨਕਾਣਾ ਸਾਹਿਬ ਜੀ ਦਾ ਸਾਕਾ ਵਰਤਨ ਹੈ ਜਿੱਥੇ, ਉੱਥੋਂ ਦੇ ਹਾਲਾਤ ਵੀ ਆਪਾਂ ਕੁਝ ਕੁ ਜਾਣੂ ਹੋ ਜਾਈਏ। ਕੀ ਹਾਲਾਤ ਹਨ, ਕੀ ਕਾਰਨ ਹਨ ਕਿ ਕਿਉਂ ਭਾਈ ਨਰੈਣੂ ਮਹੰਤ ਦੇ ਪਾਸੋਂ ਕੀ ਲੋੜ ਸੀ ਗੁਰੂ ਕੇ ਪਾਵਨ ਅਸਥਾਨ ਨੂੰ ਛਡਾਉਣ ਦੀ? ਕਿੰਨੀ ਵੱਡੀ ਗੰਦਗੀ ਫੈਲੀ ਹੋਵੇਗੀ ਜੇ ਆਪਾਂ ਪਾਵਨ ਇਤਿਹਾਸ ਇਹ ਖਾਲਸੇ ਦਾ ਪੜ੍ਹੀਏ ਤੇ ਵਿਚਾਰ ਕਰੋ। ਇੰਨੀ ਵੱਡੀ ਸੋ ਬੇਮਰਿਆਦਗੀ ਤੁਸੀਂ ਕਿਤੇ ਵੀ ਗੁਰੂ ਘਰਾਂ ਦੇ ਵਿੱਚ ਨਹੀਂ ਪੜ੍ਹੋਗੇ। ਇੱਥੇ 2 ਘਟਨਾਵਾਂ ਜ਼ਰੂਰ ਜ਼ਰੂਰ ਜ਼ਿਕਰ ਕਰਨੀਆਂ ਬਣਦੀਆਂ ਹਨ ਕਿ ਕਾਰਨ ਕੀ ਹੈ, ਕਿਉਂ ਇਹਦੇ ਪਾਸੋਂ ਇਸ ਅਸਥਾਨ ਨੂੰ ਖਾਲੀ ਕਰਾਏ ਜਾਣ ਵਾਸਤੇ ਪੰਥ ਬਾਜਿਦ ਹੈ। ਉਸ ਦਾ ਕਾਰਨ ਹੈ ਕਿ ਇੱਕ ਸਿੰਧੀ ਸੈਸ਼ਨ ਜੱਜ ਜੋ ਸਿੰਧ ਵਿੱਚੋਂ ਰਿਟਾਇਰ ਹੋਇਆ ਸੀ, ਰਿਟਾਇਰ ਹੋਣ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਵਾਲੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨ ਦਾ ਖਿਆਲ ਲੈ ਕਰਕੇ ਗੁਰੂ ਕੇ ਦਰਬਾਰ ਵਿੱਚ ਪਹੁੰਚਾ। ਦੂਰੋਂ ਆਏ ਹੋਣੇ ਕਰਕੇ ਇਹਨਾਂ ਨੇ ਰਾਤ ਇਸ ਪਾਵਨ ਅਸਥਾਨ 'ਤੇ ਬਸੇਰਾ ਕਰਨ ਦਾ ਯਤਨ ਕੀਤਾ ਹੈ। ਜਿਸ ਸਮੇਂ ਇਸ ਸਥਾਨ 'ਤੇ ਰਹੇ, ਇੱਥੇ ਰਹਿਣ ਦੇ ਉੱਤੇ ਇਹਨਾਂ ਨੇ ਰਾਤ ਦੇ ਸਮੇਂ ਮਹੰਤ ਦੇ ਪਾਸੋਂ ਜਿਹੜੀ ਕੁਟੀਆ ਦਿੱਤੀ ਹੋਈ ਸੀ, ਇਹਨਾਂ ਨੇ ਉਹਦੇ ਵਿੱਚ ਵਿਸਰਾਮ ਕਰਨ ਵਾਸਤੇ ਆਖਿਆ ਕੋਈ ਚਾਨਣ ਲਈ ਦੀਵਾ ਦਿੱਤਾ ਜਾਵੇ। ਦੀਵਾ ਦੇ ਤਾਂ ਦਿੱਤਾ ਪਰ ਵਿੱਚ ਤੇਲ ਨਹੀਂ ਸੀ। ਮਹੰਤ ਆਪ ਨਾਲ ਚੱਲ ਕਰਕੇ ਆਇਆ ਹੈ, ਕਹਿਣ ਲੱਗਾ ਭਾਈ ਜੇ ਤੇਲ ਨਹੀਂ ਹੈ ਦੀਵੇ ਵਿੱਚ ਤੇ ਆਪਣੀ ਬੱਚੀ ਨੂੰ ਮੇਰੇ ਨਾਲ ਭੇਜ ਦਵੋ ਤੇ ਮੈਂ ਤੇਲ ਦੇ ਦੇਣਾ। 14-15 ਵਰਿਆਂ ਦੀ ਇਸ ਸਿੰਧੀ ਜੱਜ ਸੈਸ਼ਨ ਜੱਜ ਦੀ ਬੱਚੀ ਦੇ ਨਾਲ ਇਸ ਮਹੰਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਵਾਲੇ ਅਸਥਾਨ ਦੇ ਉੱਤੇ ਮੰਦ ਕਰਮ ਕੀਤਾ, ਉਸ ਦਾ ਸਤ ਭੰਗ ਕੀਤਾ ਹੈ। ਸੋ ਜਿਸ ਸਮੇਂ ਉਹ ਬੱਚੀ ਨੇ ਆਣ ਕਰਕੇ ਆਪਣੇ ਮਾਤਾ ਪਿਤਾ ਨੂੰ ਦੱਸਿਆ, ਡਰਦੇ ਹੋਏ, ਕਿਉਂਕਿ ਜ਼ਾਲਮ ਦਾ ਸੁਭਾਅ ਹੈ, ਪਾਪੀ ਦਾ ਸੁਭਾਅ ਹੈ, ਡਰਪੋਕ ਬਹੁਤ ਜ਼ਿਆਦਾ, ਅੰਦਰੋਂ ਹਿਰਦਾ ਜਿਹੜਾ ਹੈ ਆਪਾਂ ਕਹਿੰਦੇ ਆ ਕਿ ਇਹ ਜਰਵਾਣਾ ਹੈ, ਉਹ ਡਰਦਾ ਹੋਇਆ ਹੀ ਪਾਪ ਤੇ ਪਾਪ ਕਰੀ ਜਾਂਦਾ। ਪਾਪੀ ਦਾ ਹਿਰਦਾ ਕਮਜ਼ੋਰ ਹੁੰਦਾ ਹੈ। ਜਿਹੜੇ ਵਿਸ਼ਾਲ ਹਿਰਦੇ ਵਾਲੇ ਹਨ, ਜਿਹੜੇ ਸੂਰਮੇ ਤੇ ਬਹਾਦਰ, ਜਿਨ੍ਹਾਂ ਨੂੰ ਆਪਾਂ ਕਹਿੰਦੇ ਬਹਾਦਰ ਕਦੀ ਕਿਸੇ ਦੇ ਨਾਲ ਧਰੋ ਨਹੀਂ ਕਰਦੇ, ਬਹਾਦਰ ਪਾਪੀ ਨਹੀਂ ਹੋਇਆ ਕਰਦੇ। ਸੂਰਮੇ ਭਾਈ ਧੱਕਾ ਨਹੀਂ ਕਰਦੇ, ਸੂਰਮੇ ਸਹਿਜ ਅਵਸਥਾ ਵਿੱਚ ਵੀਰ ਰਸ ਦੀ ਅਵਸਥਾ ਵਿੱਚ ਚੱਲਦੇ ਹਨ। ਪਤਾ ਹੈ ਜਿੱਥੇ ਜ਼ੁਲਮ ਹੋਵੇਗਾ ਅਸੀਂ ਕਿਸੇ ਤੇ ਜ਼ੁਲਮ ਕਿਉਂ ਕਰੀਏ, ਹਾਂ ਜਿੱਥੇ ਜ਼ੁਲਮ ਹੁੰਦਾ ਹੋਵੇਗਾ ਉੱਥੋਂ ਰੋਕ ਲਵਾਂਗੇ। ਸੋ ਇਹਨਾਂ ਨੇ ਇਹਦੀ ਬੱਚੀ ਜਿਹੜੀ ਸੀ ਸਿੰਧੀ ਦੀ, ਉਹਨੂੰ ਆਪਣੇ ਕਬਜ਼ੇ 'ਚ ਲੈ ਕਰਕੇ ਕਿਹਾ ਕਿ ਦਿਨ ਚੜ੍ਹਦੇ ਨਾ ਇੱਥੋਂ ਟ੍ਰੇਨ ਤੇ ਚੜ੍ਹ ਕੇ ਵਾਪਸ ਚਲੇ ਜਾਵੋ, ਜੇ ਰੌਲਾ ਪਾਇਆ ਤੇ ਤੁਹਾਡੀ ਬੱਚੀ ਨੂੰ ਵੀ ਤੇ ਸਾਰੇ ਪਰਿਵਾਰ ਨੂੰ ਹੀ ਇੱਥੇ ਮਾਰ ਕੇ ਅਸੀਂ ਨਾਸ ਕਰ ਦੇਵਾਂਗੇ। ਦਿਨੇ ਜਿਸ ਸਮੇਂ ਇਹ ਪਰਿਵਾਰ ਜਾ ਕਰਕੇ ਟ੍ਰੇਨ ਵਿੱਚ ਬੈਠਾ, ਨਾਲ ਬੱਚੀ ਨੂੰ ਚੜਾ ਕਰਕੇ ਤੋਰ ਦਿੱਤਾ ਹੈ। ਇਸੇ ਤਰੀਕੇ ਦੇ ਨਾਲ ਭਾਈ ਲਾਲਪੁਰ ਇਲਾਕੇ ਦੇ ਵਿੱਚੋਂ ਪੂਰਨਮਾਸ਼ੀ ਦੇ ਉੱਤੇ ਇੱਕ ਵੱਡਾ ਜਥਾ ਨਨਕਾਣਾ ਸਾਹਿਬ ਵਿਖੇ ਪਹੁੰਚਿਆ। ਉਹਨਾਂ ਵਿੱਚ ਵੀ ਜਥੇ ਵਿੱਚ ਆਈਆਂ ਹੋਈਆਂ 6 ਬੀਬੀਆਂ ਦਾ ਸੱਤ ਇਸ ਨਰੈਣੂ ਮਹੰਤ ਦੇ ਗੁੰਡਿਆਂ ਨੇ ਭੰਗ ਕੀਤਾ ਹੈ ਜ਼ਬਰਦਸਤੀ। ਸੋ ਇਸ ਤਰੀਕੇ ਦੇ ਨਾਲ ਇਹ ਘਟਨਾਵਾਂ ਇੱਥੇ ਵਾਪਰ ਰਹੀਆਂ ਹਨ। ਉਧਰ ਖਾਲਸਾ ਪੰਥ ਵੱਲੋਂ ਗੁਜਰਾਤ ਜ਼ਿਲ੍ਹੇ ਦੇ ਨਗਰ ਡੀਂਗਾ ਵਿੱਚ 1920
ਅਪ੍ਰੈਲ ਦੇ ਮਹੀਨੇ ਵਿੱਚ ਇੱਕ ਸਿੱਖ ਐਜੂਕੇਸ਼ਨ ਦੀ ਕਾਨਫਰੰਸ ਸੱਦੀ ਗਈ ਹੈ। ਇਹ ਸਿੰਧੀ ਜੱਜ ਨੂੰ ਪਤਾ ਲੱਗਾ, ਉਹ ਜਾ ਕਰਕੇ ਖਾਲਸੇ ਦੇ ਪਾਸ ਹਾਜ਼ਰ ਹੋਇਆ ਹੈ। ਜਾ ਕੇ ਬੇਨਤੀ ਕੀਤੀ ਕਿ ਖਾਲਸਾ ਜੀ ਆਪਣੀ ਵਰਲਾਪ ਗੁਰੂ ਕੇ ਪੰਥ ਅੱਗੇ ਕੀਤਾ ਕਿ ਸਿੱਖੋ, ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਉੱਤੇ ਮੇਰੇ ਪਰਿਵਾਰ ਨਾਲ ਆਹ ਧੱਕਾ ਹੋਇਆ। ਨਾਲ ਦੇ ਨਾਲ ਇਸ ਸਿੰਧੀ ਸਿੱਖ ਨੇ ਇੱਕ ਮਿਹਣਾ ਵੀ ਸਿੱਖਾਂ ਨੂੰ ਮਾਰਿਆ। ਕਹਿੰਦਾ ਸਿੱਖੋ, ਮੈਂ ਤੇ ਇਹ ਵੇਖਣ ਆਇਆ ਹੈ ਕਿ ਜਿਹੜੇ ਸਿੱਖ ਏਡੀਆਂ ਵੱਡੀਆਂ ਕਾਨਫਰੰਸਾਂ ਕਰਦੇ ਫਿਰਦੇ ਨੇ, ਕੀ ਉਹਨਾਂ 'ਚ ਸਿੱਖੀ ਜਿਉਂਦੀ ਹੈ ਜਾਂ ਮਰ ਚੁੱਕੀ ਹੈ? ਜਿਹੜੇ ਲੋਕਾਂ ਦੀਆਂ ਧੀਆਂ ਤੇ ਭੈਣਾਂ ਦੀ ਬੇਰੁਮਤੀ ਦਾ ਬਦਲਾ ਲਿਆ ਕਰਦੇ ਸਨ, ਕੀ ਉਹਨਾਂ ਵਿੱਚ ਅੱਜ ਵੀ ਗੈਰਤ ਤੇ ਅਣਖ ਹੈ? ਕੀ ਉਹ ਆਪਣੇ ਪਾਵਨ ਦਰਬਾਰ ਦਾ ਸੋ ਜਿਹੜਾ ਕਬਜ਼ਾ ਹੈ, ਕੀ ਆਪਣੇ ਪਾਵਨ ਦਰਬਾਰ ਨੂੰ ਇਸ ਭੈੜੇ ਪਾਪੀ ਦੇ ਪਾਸੋਂ ਛੁਡਾ ਸਕਦੇ ਨੇ ਜਾਂ ਨਹੀਂ ਛੁਡਾ ਸਕਦੇ? ਸਮੁੱਚੇ ਪੰਥ ਨੇ ਵਿਚਾਰ ਕੀਤੀ ਹੈ। ਉਧਰ ਪਹਿਲਾਂ ਹੀ ਸਰਦਾਰ ਕਰਤਾਰ ਸਿੰਘ ਝੱਬਰ ਤੇ ਸਰਦਾਰ ਬੂਟਾ ਸਿੰਘ ਇਸ ਮਹੰਤ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ ਹਨ ਕਿ ਭਾਈ ਤੂੰ ਆਪਣੀਆਂ ਇਹਨਾਂ ਭੈੜੀਆਂ ਮੰਦ ਕਰਤੂਤਾਂ ਤੋਂ ਬਾਜ ਆ ਜਾ, ਗੁਰੂ ਘਰ ਦੀ ਮਰਿਆਦਾ ਜਿਹੜੀ ਉਹਨੂੰ ਬਹਾਲ ਕਰ। ਪਰ ਜਦੋਂ ਕਿਸੇ ਪਾਸੇ ਲੱਗਦੀ ਗੱਲ ਨਾ ਦਿਸੀ, ਫਿਰ ਪੰਥ ਨੇ ਕੁਝ ਜਿਹੜੀਆਂ ਇਹ ਮੁਹਿੰਮਾਂ ਹਨ ਇਹ ਤੇਜ਼ ਕੀਤੀਆਂ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਭੈੜੇ ਪਾਪੀ ਨੂੰ ਇਸ ਸਥਾਨ ਤੋਂ ਲਾਂਭੇ ਕੀਤਾ ਜਾਵੇ। ਇਸ ਸਬੰਧ ਦੇ ਵਿੱਚ ਵੀ ਅਕਤੂਬਰ ਵਿੱਚ ਵੀ ਮੀਟਿੰਗਾਂ ਹੋਈਆਂ ਇਸੇ ਤਰੀਕੇ ਦੇ ਨਾਲ। ਸੋ ਭਾਈ 1921 ਦੀ ਜਨਵਰੀ ਮਹੀਨੇ ਵਿੱਚ 2 ਮੀਟਿੰਗਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੁਲਾਈਆਂ ਗਈਆਂ ਹਨ, ਜਿਨ੍ਹਾਂ ਮੀਟਿੰਗਾਂ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ, 5 ਸਿੰਘਾਂ ਦੀ ਡਿਊਟੀ ਲਾਈ ਗਈ ਕਿ ਜੋ ਸ੍ਰੀ ਨਨਕਾਣਾ ਸਾਹਿਬ ਜੀ ਦਾ ਪ੍ਰਬੰਧ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਧੀਨ ਲਵੇਗੀ। ਕਿਸੇ ਵੀ ਤਰੀਕੇ ਦੇ ਨਾਲ ਸਿੱਖ ਸੰਗਤਾਂ ਨੂੰ ਉੱਥੇ ਜਾ ਕਰਕੇ ਇਹ ਜਿਹੜੀ ਵਿਚਾਰ ਕਰਕੇ ਇਹਦੇ ਪਾਸੋਂ ਪ੍ਰਬੰਧ ਜਿਹੜਾ ਹੈ ਉਹ ਖਾਲਸਾ ਪੰਥ ਇਹਦੇ ਪਾਸੋਂ ਲੈ ਲਵੇਗਾ। ਉਧਰ ਨਰੈਣੂ ਮਹੰਤ ਨੇ ਸੁਧਰਨਾ ਤੇ ਇੱਕ ਪਾਸੇ ਸੀ, ਇਸ ਨੇ ਭਾਈ ਆਪਣਾ ਜਿਹੜਾ ਹੈ ਕੰਮ ਇੱਕ ਪਾਸੇ ਸਿੱਖਾਂ ਦੇ ਨਾਲ ਵੀ ਗੱਲਬਾਤ ਜਾਰੀ ਰੱਖੀ ਕਿ ਕੋਈ ਨਹੀਂ ਜੀ ਆਪਾਂ ਕਰਦੇ ਹਾਂ, ਤੁਸੀਂ ਵੇਖ ਲਵੋ, ਪ੍ਰਬੰਧ ਵਿੱਚ ਕੋਈ ਢਿਲਾਈ ਨਹੀਂ ਹੈ। ਦੂਸਰੇ ਪਾਸੇ ਸਰਕਾਰ ਨਾਲ ਰਲ ਕਰਕੇ ਇਹ ਚਾਹੁੰਦਾ ਹੈ ਕਿ ਸਿੱਖਾਂ ਨੂੰ ਚੰਗੀ ਤਰੀਕੇ ਦੇ ਨਾਲ ਮਜ਼ਾ ਚਖਾਇਆ ਜਾਵੇ। ਜੇ ਇੱਥੇ ਆਉਣ ਤੇ ਫਿਰ ਇੱਥੋਂ ਇਹਨਾਂ ਨੂੰ ਜੀਂਦੇ ਵਾਪਸ ਨਾ ਜਾਣ ਦਿੱਤਾ ਜਾਵੇ। ਇਹਨੇ ਇੱਕ 6 ਮਾਰਚ 1921 ਦੀ ਮੀਟਿੰਗ ਖਾਲਸਾ ਪੰਥ ਨਾਲ ਰੱਖ ਲਈ ਕਿ ਤੁਸੀਂ ਆ ਜਾਵੋ, ਸਾਰੇ ਜਥੇਦਾਰ ਜਿੰਨੇ ਨੇ ਵੱਡੇ ਸਾਰੇ ਉੱਥੇ ਪਹੁੰਚ ਜਾਣ ਤੇ ਆਪਾਂ ਮਿਲ ਕੇ ਵਿਚਾਰ ਕਰਕੇ ਜਿਵੇਂ ਤੁਹਾਨੂੰ ਚੰਗਾ ਲੱਗੇਗਾ, ਜੇ ਤੁਹਾਨੂੰ ਠੀਕ ਲੱਗੇ ਕਿ ਮੈਂ ਗਾਂ ਪ੍ਰਬੰਧ ਕਰਨ ਦੇ ਯੋਗ ਹਾਂ ਤੇ ਪ੍ਰਬੰਧ ਮੇਰੇ ਪਾਸ ਰਹਿਣ ਦਿਆ ਜੇ ਤੁਹਾਨੂੰ ਲੱਗੇ ਕਿ ਇਹ ਪ੍ਰਬੰਧ ਮੈਂ ਨਹੀਂ ਕਰ ਸਕਦਾ ਤੇ ਤੁਸੀਂ ਇਹ ਪ੍ਰਬੰਧ ਜਿਹਨੂੰ ਮਰਜ਼ੀ ਦੇ ਦਿਆ। ਇਹ ਬਚਨ ਸਿੱਖਾਂ ਦੇ ਰਾਹੀਂ ਜਿਹੜੇ ਵਿਚੋਲੀਏ ਸਨ ਉਹਨਾਂ ਰਾਹੀਂ ਇਹਦੀ ਇਹ ਗੱਲਬਾਤ ਨਿਰੰਤਰ ਪੰਥ ਨਾਲ ਚੱਲ ਰਹੀ ਹੈ। ਉਧਰ ਇੱਕ 14 ਫਰਵਰੀ ਨੂੰ ਇਸ ਨੇ ਸਰਦਾਰ ਕਰਤਾਰ ਸਿੰਘ ਝੱਬਰ ਤੇ ਭਾਈ ਬੂਟਾ ਸਿੰਘ ਜੀ ਨਾਲ ਮੀਟਿੰਗ ਰੱਖੀ ਹੈ ਕਿ ਪਹਿਲਾਂ ਆਪਾਂ ਇੱਕ ਮੀਟਿੰਗ ਕਰਕੇ ਤੇ ਇਹ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰ ਲੈਂਦੇ। ਪਰ ਐਨ ਸਮੇਂ ਦੇ ਉੱਤੇ ਆਣ ਕੇ ਇਹ ਮੁੱਕਰ ਗਿਆ ਕਿ ਮੈਂ ਇਹ ਮੀਟਿੰਗ ਜਿਹੜੀ ਲਾਹੌਰ ਤੋਂ ਬਾਹਰ ਨਹੀਂ ਕਰ ਸਕਦਾ, ਤੁਸੀਂ ਲਾਹੌਰ ਆ ਜਾਵੋ। ਇਹ ਬੜਾ ਲੰਮਾ ਸਮਾਂ, ਬੜਾ ਵੱਡਾ ਇਤਿਹਾਸ ਇਸੇ ਤਰੀਕੇ ਦੇ ਨਾਲ ਇਹ ਚੱਲਦਾ ਰਿਹਾ ਹੈ। ਸੋ ਉਸ ਸਮੇਂ ਭਾਈ ਇੱਕ ਖਬਰ ਖਾਲਸਾ ਪੰਥ ਤੱਕ ਭਾਈ ਜਵਾਹਰ ਸਿੰਘ ਜੀ ਲੈ ਕਰਕੇ ਪਹੁੰਚੇ ਹਨ, ਜਿਹੜੇ ਭਾਈ ਵਰਿਆਮ ਸਿੰਘ ਜੀ ਨੇ ਮਿੰਟ ਗੁੰਮੜੀ ਤੋਂ ਭੇਜੇ ਹਨ। ਇੱਥੇ ਇੱਕ ਸਰਦਾਰ ਆਤਮਾ ਸਿੰਘ ਦਾ ਕਾਰਖਾਨਾ ਜਿਹਦੇ ਵਿੱਚ ਇਹ ਨਰੈਣੂ ਮਹੰਤ ਦਾ ਬਹੁਤ ਜ਼ਿਆਦਾ ਆਉਣ ਜਾਣ ਸੀ। ਉੱਥੇ ਸਰਦਾਰ ਵਰਿਆਮ ਸਿੰਘ ਜੀ ਇਹਦੇ ਐਜ ਏ ਮੁਨਸ਼ੀ ਉਸ ਕਾਰਖਾਨੇ 'ਚ ਕੰਮ ਕਰਦੇ ਸਨ, ਜਿਨ੍ਹਾਂ ਦਾ ਕਰਤਾਰ ਸਿੰਘ ਝੱਬਰ ਦੇ ਨਾਲ ਬਹੁਤ ਜ਼ਿਆਦਾ ਨੇਹ ਹੈ। ਉਹਨਾਂ ਨੇ ਇੱਕ ਖਬਰ ਪਹੁੰਚਾਈ ਹੈ ਕਿ ਖਾਲਸਾ ਜੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ 6 ਮਾਰਚ ਦਾ ਤੁਸੀਂ ਇਹਦੇ ਨਾਲ ਪ੍ਰੋਗਰਾਮ ਰੱਖਿਆ ਸਾਰੀਆਂ ਜਥੇਦਾਰਾਂ ਦੇ ਆਉਣ ਦਾ, ਇਹ ਪ੍ਰੋਗਰਾਮ ਕੈਂਸਲ ਕਰ ਦੇਵੋ। ਕਾਰਨ ਕੀ ਹੈ ਕਿ ਇਹਨੇ ਆਪਣੇ ਸਾਰੇ ਮਹੰਤਾਂ ਨੂੰ, ਬਸੰਤ ਸਿੰਘ ਵਰਗਿਆਂ ਨੂੰ ਤੇ ਥੰਮਣ ਵਾਲੇ ਮਹੰਤ ਨੂੰ ਤੇ ਹੋਰਨਾਂ ਨੂੰ ਸੱਦ ਕਰਕੇ ਇਸ ਕਾਰਖਾਨੇ 'ਚ ਮੀਟਿੰਗ ਬੁਲਾ ਕਰਕੇ ਇੱਕ ਮੀਟਿੰਗ ਕੀਤੀ ਹੈ। ਕੁਝ ਬਦਮਾਸ਼ਾਂ ਨੂੰ ਸੱਦ ਕਰਕੇ ਤੇ 1.5 ਲੱਖ ਰੁਪਏ ਦੇ ਨਾਲ ਉਸ ਸਮੇਂ 1.5 ਲੱਖ ਰੁਪਏ ਦਾ ਸੌਦਾ ਕੀਤਾ ਹੈ
ਕਿ 12 ਭਗੌੜੇ ਜਿਹੜੇ ਨੇ ਉਹ ਲੈ ਕਰਕੇ, ਜਿਹੜੇ ਸਰਕਾਰ ਵੱਲੋਂ ਭਗੌੜੇ ਕਾਤਲ ਨੇ, ਉਹਨਾਂ ਨੂੰ ਲੈ ਕਰਕੇ ਤੁਸੀਂ 6 ਮਾਰਚ ਤੋਂ ਪਹਿਲਾਂ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਸਥਾਨ ਤੇ ਪਹੁੰਚ ਜਾਇਆ ਜੇ। ਜਦੋਂ ਇਹ ਸਾਰੇ ਜਥੇਦਾਰ ਉੱਥੇ ਇਕੱਠੇ ਹੋਣਗੇ ਤੇ ਇਹਨਾਂ ਦੀ ਕਤਲੋਗਾਰਤ ਮਚਾ ਕਰਕੇ ਤੇ ਤੁਹਾਡੇ ਜਿਹੜੇ ਉਹ ਪਹਾੜੇ ਦੇ ਕਾਤਲ ਹੋਣਗੇ ਉੱਥੋਂ ਨਿਕਲ ਜਾਣ ਤੇ ਅਸੀਂ ਕੁਝ ਰਸਤਾ ਇਹਨਾਂ ਦਾ ਪਿੱਛਾ ਕਰਾਂਗੇ ਕਿ ਮਾਰੇ ਗਏ, ਲੁੱਟੇ ਗਏ, ਤੇ ਫਿਰ ਇਹ ਬਾਤ ਜਿਹੜੀ ਆਈ ਗਈ ਹੋ ਜਾਵੇਗੀ। ਤੁਸੀਂ ਆਪੋ ਆਪਣੇ ਰਾਹ ਤੁਰ ਜਾਇਆ। ਜਦੋਂ ਇਸ ਮੀਟਿੰਗ ਦਾ ਪਤਾ ਲੱਗਾ ਕਿ ਇਹੋ ਜੀ ਭੈੜੀ ਨੀਤੀ ਇਹ ਲੈ ਕਰਕੇ ਬੈਠਾ ਹੈ, ਉਸ ਸਮੇਂ ਭਾਈ ਬੂਟਾ ਸਿੰਘ, ਭਾਈ ਕਰਤਾਰ ਸਿੰਘ, ਭਾਈ ਲਛਮਣ ਸਿੰਘ, ਭਾਈ ਤੇਜਾ ਸਿੰਘ ਆਦਿਕ ਇਹਨਾਂ ਇੱਕ ਮੀਟਿੰਗ ਜਿਹੜੀ ਹੈ ਉਹ ਕੀਤੀ ਹੈ। ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਕੀਤੀ ਗਈ ਕਿ ਤਿੰਨਾਂ ਥਾਵਾਂ ਤੋਂ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ ਤੇ ਫਿਰ ਇਸੇ ਤਰੀਕੇ ਦੇ ਨਾਲ ਲੈਲਪੁਰ ਦੀ ਜਿਹੜੀ ਸੰਗਤ ਹੈ, ਇਹ ਤਿੰਨਾਂ ਜਥਿਆਂ ਦੇ ਵਿੱਚ ਵੱਖੋ ਵੱਖਰੇ ਥਾਵਾਂ ਤੋਂ ਹੋ ਕਰਕੇ ਜਿਹੜੀ ਕੋਟ ਵਾਲੀ ਛੰਭ ਹੈ ਜੋ 5 ਮੀਲ ਦੂਰ ਹੈ ਸ੍ਰੀ ਨਨਕਾਣਾ ਸਾਹਿਬ ਤੋਂ ਉੱਥੇ 20 ਦੀ ਰਾਤ ਨੂੰ ਭਾਈ ਲਛਮਣ ਸਿੰਘ ਤੇ ਕਰਤਾਰ ਸਿੰਘ ਝੱਬਰ ਇਹ ਦੋਵੇਂ ਜਥੇ ਲੈ ਕਰਕੇ ਸ਼ਾਮ ਨੂੰ ਪਹੁੰਚਣਗੇ। ਜਿਹੜੀ ਲਾਇਲਪੁਰ ਵਾਲੀ ਸੰਗਤ ਹੈ ਉਹ 21 ਤਰੀਕ ਨੂੰ ਸਵੇਰੇ 4 ਵਜੇ ਜੋ ਭੱਠਾ ਹੈ ਨਨਕਾਣਾ ਸਾਹਿਬ ਤੋਂ ਅੱਧਾ ਮੀਲ ਦੂਰੀ ਤੇ ਉੱਥੇ ਉਹ ਸੰਗਤ ਸਵੇਰੇ 4 ਵਜੇ ਮਿਲੇਗੀ ਤੇ ਸਵੇਰੇ 5 ਵਜੇ ਭਾਵ 21 ਤਰੀਕ ਦੀ 5 ਵਜੇ ਨੂੰ ਜਾ ਕਰਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਕੇ ਦਰਬਾਰ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਆਰੰਭ ਕਰਨਗੀਆਂ। ਇਹਦਾ ਇੱਕ ਹੋਰ ਵੀ ਕਾਰਨ ਸੀ ਵੀ ਇਹ ਏਡੀ ਛੇਤੀ ਮੀਟਿੰਗ ਰੱਖਣ ਦਾ ਕਾਰਨ ਜਾਂ ਏਡੀ ਛੇਤੀ ਇਹ ਅਸਥਾਨ ਤੇ ਜਾਣ ਦਾ ਕਾਰਨ ਸੀ ਕਿ 20 ਤੇ 21 ਤਰੀਕ ਨੂੰ ਲਾਹੌਰ ਵਿੱਚ ਇੱਕ ਸਨਾਤਨ ਮਤ ਦੀ, ਸਮੁੱਚੇ ਸਨਾਤਨ ਧਰਮਾਂ ਦੇ ਇੱਕ ਮੀਟਿੰਗ ਸੱਦੀ ਗਈ ਸੀ ਤੇ ਉਹਦੇ ਵਿੱਚ ਇਹ ਨਰੈਣੂ ਮਹੰਤ ਨੇ ਜਾਣਾ ਸੀ। ਮੰਥ ਨੇ ਵਿਚਾਰ ਕੀਤੀ ਕਿ ਇਹਦੇ ਮਗਰੋਂ ਹੀ ਆਪਾਂ ਗੁਰੂ ਘਰ ਦਾ ਜਿਹੜਾ ਸਾਰਾ ਪ੍ਰਬੰਧ ਹੈ ਉਹਨੂੰ ਆਪਣੇ ਕਬਜ਼ੇ ਹੇਠ ਲੈ ਲਵਾਂਗੇ ਤੇ ਇਹ ਸਾਰੀ ਜਿਹੜੀ ਬਾਤ ਹੈ ਇਹ ਆਈ ਗਈ ਹੋ ਜਾਵੇਗੀ। ਜਿੰਨੇ ਚਿਰ ਨੂੰ ਇਹ ਪਹੁੰਚੇਗਾ ਉਹਨੇ ਚਿਰ ਨੂੰ ਪੰਥ ਜਿਹੜਾ ਇਹ ਸਮੁੱਚੇ ਰੂਪ ਵਿੱਚ ਸ਼ਾਂਤਮਈ ਢੰਗ ਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਭਾਈ ਉਹਨੂੰ ਨੇਪਰੇ ਚਾੜ ਲਵਾਂਗੇ ਕਿਸੇ ਵੀ ਸਿੰਘ ਦਾ ਨੁਕਸਾਨ ਕੀਤੇ ਤੋਂ ਬਗੈਰ। ਇਹ ਪਰ ਜਿੱਥੇ ਇਹ ਮੀਟਿੰਗ ਇਹ ਮਤਾ ਪਕਾ ਕਰਕੇ ਸਿੰਘ ਗਏ ਨੇ ਉੱਥੇ ਹੀ ਪੰਥ ਨੇ ਇੱਕ ਹੋਰ ਚੂੜਕਾਣੇ ਦੇ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਜਿਹੜਾ ਫੈਸਲਾ ਕੀਤਾ ਗਿਆ ਪਹਿਲਾਂ ਜਿਹਦੇ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਸਿੰਘ ਤਾਰਾ ਸਿੰਘ ਆਦਿਕ ਸਾਰੇ ਸ਼ਾਮਲ ਹੋਏ। ਇਹ ਫੈਸਲਾ ਕੀਤਾ ਗਿਆ ਕਿ ਇਹ ਜਿਹੜਾ ਜਥਿਆਂ ਨੂੰ ਲੈ ਕੇ ਜਾਣ ਦਾ ਪ੍ਰੋਗਰਾਮ ਹੈ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਜਾਵੇ, ਇਸ ਨੂੰ ਅੱਗੇ ਪਾ ਦਿੱਤਾ ਜਾਵੇ। ਉਹ ਖਬਰਾਂ ਲਾਇਲਪੁਰ ਤੇ ਭੇਜ ਦਿੱਤੀਆਂ ਗਈਆਂ। ਕਰਤਾਰ ਸਿੰਘ ਝੱਬਰ ਦੇ ਪਾਸ ਵੀ ਇਹਨਾਂ ਨੇ ਸੁਨੇਹਾ ਲਾ ਦਿੱਤਾ, ਪਰ ਕਿਸੇ ਕਾਰਨ ਕਰਕੇ ਇਹ ਜਿਹੜੀ ਖਬਰ ਹੈ ਧਾਰੋਵਾਲੀ ਨਗਰ ਦੇ ਵਿੱਚ ਚੂੜਕਾਣੇ ਤੋਂ ਨਹੀਂ ਪਹੁੰਚੀ। ਸਰਦਾਰ ਲਛਮਣ ਸਿੰਘ ਹੁਣਾਂ ਤੱਕ ਇਹ ਖਬਰ ਕਿਸੇ ਨੇ ਨਹੀਂ ਪਹੁੰਚਾਈ। ਉਹ ਆਪਣੇ ਮਿੱਥੇ ਸਮੇਂ ਅਨੁਸਾਰ 20 ਤਰੀਕ ਨੂੰ 150 ਸਿੰਘਾਂ ਦਾ ਜਥਾ, ਜਿਹਦੇ ਵਿੱਚ 2 ਬੀਬੀਆਂ ਵੀ ਹਨ, ਇੱਕ ਬੱਚਾ ਹੈ, ਧਰਮ ਪਤਨੀ ਸਰਦਾਰ ਲਛਮਣ ਸਿੰਘ ਜੀ ਦੀ ਵੀ ਨਾਲ ਹੈ ਤੇ ਇੱਕ ਬੀਬੀ ਹੋਰ, ਉਹਨਾਂ ਨੂੰ ਨਾਲ ਲੈ ਕਰਕੇ ਤੇ ਇਹਨਾਂ ਨੇ ਜਾ ਕਰਕੇ ਵੱਖੋ ਵੱਖਰੇ ਨਗਰਾਂ 'ਚ ਹੁੰਦੇ ਹੋਏ ਸੋ ਭਾਈ 6 ਮੀਲ ਦੂਰ ਸ੍ਰੀ ਨਨਕਾਣਾ ਸਾਹਿਬ ਤੋਂ ਮਾਲੋਵਾਲ ਪਿੰਡ ਵਿੱਚ ਸ਼ਾਮ ਨੂੰ ਜਾ ਕਰਕੇ ਡੇਰਾ ਕੀਤਾ। ਸੋ ਇੱਥੇ ਹੀ ਰਾਤ ਕੱਟ ਕਰਕੇ ਇਸ ਥਾਂ ਦੇ ਉੱਤੇ ਆਣ ਕਰਕੇ ਇਹ ਸਾਰੇ ਇਕੱਤਰ ਹੋਏ ਹਨ। ਪਰ ਇਹਨਾਂ ਨੂੰ ਅਜੇ ਇੱਥੇ ਪਹੁੰਚਣ ਤੇ ਇਹ ਪਤਾ ਨਹੀਂ ਸੀ ਕਿ ਉਧਰ ਪੰਥ ਨੇ ਪ੍ਰੋਗਰਾਮ ਕੀ ਬਣਾਇਆ ਹੋਇਆ। ਕੋਈ ਵੀ ਖਬਰ ਤੋਂ ਸੋ ਹੀਣੇ ਇਹ ਜਿਹੜੇ ਸਿੰਘ ਹਨ ਇੱਥੇ ਪਹੁੰਚੇ ਹਨ। ਇਹ ਅੱਜ ਦੀ ਦਿਹਾੜੀ ਤੱਕ ਜੇ ਉਸ ਸਮੇਂ ਲਾਈਏ ਤੇ 1921 ਈਸਵੀ ਤੇ ਭਾਈ 20 ਫਰਵਰੀ ਵਾਲੇ ਦਿਹਾੜੇ ਤੱਕ ਇਹ ਇਤਿਹਾਸ ਜਿਹੜਾ ਪੰਥ ਦਾ ਜੋ ਦਾਸ ਨੇ ਟੂਕ ਮਾਤਰ ਦੱਸਿਆ ਇਹ ਹੋਇਆ ਹੈ। ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ ਦੇ ਦਿਹਾੜੇ ਜੋ ਗੁਰਮੁਖ ਪਿਆਰੇ ਇਸ ਪਾਵਨ ਦਰਬਾਰ ਦੀ ਹਾਜ਼ਰੀ ਭਰਨਗੇ ਉਹਨਾਂ ਦੀ ਪਾਵਨ ਰਸਨਾ ਤੋਂ ਸਰਵਣ ਕਰਾਂਗੇ। ਇਹ ਕੇਵਲ ਤੇ ਕੇਵਲ ਸਾਨੂੰ ਇਹ ਜਿਹੜੀ ਹੈ ਬਾਤ ਫਿਰ ਦਾਸ ਬੇਨਤੀ ਕਰੇ ਚੇਤੇ ਰੱਖਣੀ ਚਾਹੀਦੀ ਹੈ ਖਾਲਸਾ ਜੀ, ਜਿੰਨਾ ਲੰਮਾ ਸਮਾਂ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੇ ਰਵਾਂਗੇ
ਉਹਨਾਂ ਸਮਾਂ ਹੀ ਇਹੋ ਜਿਹੀਆਂ ਹਰਕਤਾਂ ਸਰਕਾਰਾਂ ਜਿਹੜੀਆਂ ਉਹ ਕਰਦੀਆਂ ਰਹਿਣਗੀਆਂ। ਸੋ ਇਹ ਭਾਈ ਇਹੋ ਹੀ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀਆਂ ਗੱਲਾਂ ਹੁੰਦੀਆਂ। ਸੋ ਜਿਹੜਾ ਕੁਝ ਦਿਹਾੜੇ ਪਹਿਲਾਂ ਵਰਤਿਆ ਹੈ, ਜੇ ਕੋਈ ਸਿੰਘ ਕਹਿ ਦਵੇ ਤੇ ਫਿਰ ਚਿੱਤ ਦੇ ਵਿੱਚ ਬੜਾ ਇਤਰਾਜ਼ ਕਰਦੇ, ਜੀ ਸਿੱਖਾਂ ਨੇ ਐਵੇਂ ਕਿਉਂ ਕਿਹਾ। ਭਾਈ ਆਪਾਂ ਵਿਚਾਰ ਕਰਕੇ ਵੇਖੀਏ, ਇਸੇ ਹੀ ਦਿਹਾੜੇ ਨੂੰ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪ੍ਰਬੰਧ ਕੀਤਾ ਗਿਆ। ਇੱਕ ਵੱਡਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਵਿੱਚ ਸ੍ਰੀ ਨਨਕਾਣਾ ਸਾਹਿਬ ਵਿਖੇ ਜਾ ਰਿਹਾ ਸੀ। ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰਨ, ਆਪਣੇ ਸ਼ਹੀਦਾਂ ਦੀ ਯਾਦ ਨੂੰ ਮਨਾਉਣ ਵਾਸਤੇ ਜਾ ਰਹੀਆਂ ਸਨ। ਪਰ ਵੇਖੋ ਹੈਰਾਨਗੀ ਦੀ ਗੱਲ, ਕੀ ਆਖੇ ਭਲਾ ਇਹਨਾਂ ਨੂੰ। ਸੋ ਜੇ ਕੁਝ ਕਹੋ ਤੇ ਤਾਂ ਵੀ ਇਹ ਸਰਕਾਰਾਂ ਨੂੰ ਭਾਈ ਅਸੀਂ ਹਜਮ ਨਹੀਂ ਹੁੰਦੇ। ਪਰ ਐਨ ਮੌਕੇ ਦੇ ਉੱਤੇ ਕਰੋਨਾ ਦਾ ਬਹਾਨਾ ਲਾ ਕਰਕੇ ਤੇ ਜਥੇਦਾਰ ਸਾਹਿਬ ਜੀ ਦੇ ਸਮੇਤ ਜਥੇ ਦਾ ਸਾਰਾ ਹੀ ਪ੍ਰੋਗਰਾਮ ਸੰਗਤਾਂ ਦਾ ਕੈਂਸਲ ਕਰ ਦਿੱਤਾ ਗਿਆ ਕਿ ਕਰੋਨਾ ਬਿਮਾਰੀ ਚੱਲ ਰਹੀ ਹੈ। ਪਰ ਓਏ ਬੇਵਕੂਫੋ, ਹੈਰਾਨਗੀ ਹੈ ਤੁਹਾਡੀ ਮੱਤ ਦੇ ਉੱਤੇ। ਜਦੋਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ, ਚੋਣ ਜਲਸੇ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਅਸੀਂ ਨਹੀਂ ਕਹਿੰਦੇ ਭਾਈ ਕੁੰਭ ਦਾ ਮੇਲਾ ਲੱਗਾ, ਕਿਸੇ ਸਿੱਖ ਨੇ ਵਿਰੋਧਤਾ ਨਹੀਂ ਕੀਤੀ, ਕਿਸੇ ਹੋਰ ਧਰਮ ਵਾਲੇ ਵੱਲੋਂ ਕੋਈ ਵਿਰੋਧ ਨਹੀਂ ਹੋਇਆ। ਨਹੀਂ ਹੋਣਾ ਚਾਹੀਦਾ ਭਾਈ। ਹਰੇਕ ਧਰਮ ਨੂੰ ਆਜ਼ਾਦ ਮੁਲਕ ਵਿੱਚ ਆਪਣੇ ਦਿਹਾੜੇ ਮਨਾਉਣ ਦਾ ਹੱਕ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਸ਼ਾਬਾਸ਼ ਦਿੰਦੇ ਹਾਂ ਜਿਹੜੇ ਆਪਣੇ ਦਿਹਾੜੇ ਮਨਾਉਂਦੇ ਨੇ। ਉੱਥੇ ਸਿੱਖ ਜਗਤ ਦੀਆਂ ਹਸਤੀਆਂ ਵੀ ਜਾ ਕਰਕੇ ਸ਼ਮੂਲੀਅਤ ਕਰਕੇ ਆਈਆਂ ਨੇ, ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਭਾਈ ਜੇ ਧਾਰਮਿਕ ਅਸਥਾਨਾਂ ਤੇ ਬਿਮਾਰੀ ਲੱਗਣੀ ਹੈ ਤੇ ਬਚਾਂਗੇ ਅਸੀਂ ਭਲਾ ਕਿੱਥੇ ਜਾ ਕੇ। ਜਦੋਂ ਸਾਰੀਆਂ ਦਵਾਵਾਂ, ਕੋਈ ਦਵਾਈ ਕੰਮ ਨਾ ਕਰੇ ਤੇ ਫਿਰ ਸਾਡੇ ਬਜ਼ੁਰਗ ਕਿਹਾ ਕਰਦੇ ਨੇ, ਦਵਾ ਕਰ ਪਰਮੇਸ਼ਰ ਦੇ ਅੱਗੇ ਬੇਨਤੀ ਕਰ, ਅਰਦਾਸਾਂ ਕੰਮ ਆਉਂਦੀਆਂ। ਜੇ ਭਾਈ ਅਰਦਾਸਾਂ ਵਾਲੇ ਥਾਵਾਂ ਤੇ ਤਾਲੇ ਲਾ ਦੇਵੋਗੇ ਫਿਰ ਕਿੱਥੇ ਜਾਵੋਗੇ। ਵੱਡੀਆਂ ਵੱਡੀਆਂ ਬਿਮਾਰੀਆਂ ਹਰੇਕ ਧਰਮ ਅਸਥਾਨ ਤੇ, ਇਹ ਨਹੀਂ ਕਿ ਕੇਵਲ ਸਿੱਖਾਂ ਦੇ ਅਸਥਾਨਾਂ ਤੇ, ਹਰੇਕ ਧਰਮ ਅਸਥਾਨ ਤੇ ਜਾ ਕੇ ਬੇਨਤੀ ਕਰਨੇ ਤੇ ਹੁਣ ਤੱਕ ਦੇ ਦੁਨੀਆ ਦੀ ਹਿਸਟਰੀ ਵਿੱਚੋਂ ਪੜ੍ਹੋ ਕਿ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਕੱਲੀਆਂ ਅਰਦਾਸਾਂ ਨਾਲ ਹੀ ਹੋ ਗਿਆ। ਪਰ ਪੰਥ ਨੂੰ ਦਿਹਾੜਾ ਨਹੀਂ ਮਨਾਉਣ ਦਿੱਤਾ ਗਿਆ। ਇਹ ਬੜੀ ਵੱਡੀ ਬੇਕਿਰਕੀ ਤੇ ਬੇਗੈਰਤੀ ਵਾਲੀ ਹਿੰਦੁਸਤਾਨ ਸਰਕਾਰ ਦੀ ਗੱਲ ਹੈ। ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਇਹ ਸਿੱਖਾਂ ਦਾ ਮੁਲਕ ਨਹੀਂ, ਕਿ ਇਸ ਦੇਸ਼ ਦੀ ਆਜ਼ਾਦੀ ਵਿੱਚ ਭਾਈ ਜੇ ਵਿਚਾਰ ਕਰਕੇ ਵੇਖੋ ਤੇ ਜਿੱਡੇ ਵੱਡਾ ਸਰਮਾਇਆ ਖਾਲਸਾ ਪੰਥ ਨੇ ਦਿੱਤਾ ਹੈ, ਕਿਸੇ ਨੇ ਕੋਈ ਬਾਹ ਉੱਚੀ ਕਰਕੇ ਇਸ ਸੰਸਾਰ, ਇਸ ਹਿੰਦੁਸਤਾਨ 'ਚ ਵਸਦਾ ਕੋਈ ਮਨੁੱਖ ਕਹਿ ਨਹੀਂ ਸਕਦਾ। ਕਿਸੇ ਦੇ ਰਹਿਬਰ ਨੇ ਕੁਰਬਾਨੀ ਦਿੱਤੀ ਹੈ? ਬਿਲਕੁਲ ਨਹੀਂ। ਕਿਸੇ ਦੇ ਰਹਿਬਰ ਦੇ ਪੁੱਤਰਾਂ ਨੇ ਕੁਰਬਾਨੀ ਦਿੱਤੀ ਹੈ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ? ਨਹੀਂ ਲੱਭੋਗੇ। ਇਹ ਕੇਵਲ ਤੇ ਕੇਵਲ ਸਤਿਗੁਰੂ ਸਾਹਿਬ ਜੀ ਨੂੰ ਬਣ ਆਇਆ ਹੈ, ਜਿਨ੍ਹਾਂ ਦੇ ਬਾਬਤ ਆਪਾਂ ਪੜ੍ਹਦੇ, ਤਿਲਕ ਜਿੰਨੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਉਹ ਸਤਿਗੁਰੂ ਸਾਹਿਬ ਜੀ ਦੇ ਪਾਵਨ ਸ਼ਹੀਦਾਂ ਦੇ ਦਿਹਾੜਿਆਂ ਨੂੰ ਮਨਾਉਣ ਤੋਂ ਜੇ ਰੋਕਿਆ ਜਾਵੇ ਤੇ ਵੇਖੋ ਇਹ ਬਾਤ ਕਿੱਧਰ ਨੂੰ ਜਾਵੇਗੀ। ਐਵੇਂ ਨਹੀਂ ਕਰਨਾ ਚਾਹੀਦਾ ਸੀ। ਪਰ ਦਾਸ ਬੇਨਤੀ ਕਰਦਾ ਸਮੁੱਚੀਆਂ ਸੰਪਰਦਾਵਾਂ ਨੂੰ, ਅਜੇ ਵੀ ਕੋਈ ਬਹੁਤਾ ਦੂਰ ਗੱਲ ਨਹੀਂ ਗਈ। ਅਜੇ ਵੀ ਇਹ ਸੁੱਤੀ ਹੋਈ ਬੌਲੀ ਸਰਕਾਰ ਨੂੰ ਸਾਰੀਆਂ ਸੰਪਰਦਾਵਾਂ ਇਕੱਤਰ ਹੋ ਕਰਕੇ ਹਲਾਉਣਾ ਦਈਏ ਕਿ ਸਾਡੇ ਦਿਹਾੜੇ ਮਨਾਉਣ ਤੋਂ ਸਾਨੂੰ ਕਦਾ ਚਿੱਤ ਰੋਕਿਆ ਨਹੀਂ ਜਾ ਸਕਦਾ। ਵੇਖੋ ਭਾਈ, ਇਹ ਦੋ ਮੂੰਹਾਂ ਕੰਮ ਨਹੀਂ। ਇੱਕ ਪਾਸੇ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖਾਂ ਨੂੰ ਖੋਲ ਕੇ ਦਿੱਤਾ ਹੈ, ਤੇ ਦੂਸਰੇ ਪਾਸੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਜਿਹੜੀ ਯਾਤਰਾ ਹੁੰਦੀ ਹੋਵੇ ਉਸ ਨੂੰ ਹੀ ਬੰਦ ਕਰ ਦਿੱਤਾ ਜਾਣਾ। ਇੱਕ ਇਹੋ ਜਿਹੀ ਸਥਿਤੀ ਬਣ ਰਹੀ ਹੈ। ਇਹਨੂੰ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਦੀ ਤਰ੍ਹਾਂ ਅੱਗੇ ਲੱਗ ਕਰਕੇ ਹੰਬਲਾ ਮਾਰੇ, ਇਹ ਕਾਰਜ ਵੀ ਹੱਲ ਹੋਣ। ਰਹੋ ਵਿਚਾਰ, ਆਓ ਜੋ ਰਹਿੰਦਾ ਇਤਿਹਾਸ ਹੈ ਕੱਲ੍ਹ ਦੇ ਦਿਹਾੜੇ ਸਰਵਣ ਕਰਾਂਗੇ। ਹੁਣ ਜੋ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਰਾਹੀਂ ਸਾਡੇ ਤੇ ਕਿਰਪਾ ਕੀਤੀ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਾਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਨ।
ਸੋਲਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਜਦੋਂ ਅਜਿਹਾ ਸਮਾਂ ਬਣ ਜਾਵੇ, ਮਹਾਰਾਜ ਕੀ ਕਰਿਆ ਕਰੀਏ। ਗੁਰਦੇਵ ਕਹਿੰਦੇ ਗੁਰਸਿੱਖਾ ਬੇਨਤੀ ਕਰ ਅਰਦਾਸ ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ। ਬੇਨਤੀ ਵਿੱਚ ਕੀ ਕਵੇਂਗਾ ਮਹਾਰਾਜ, ਹਮਰੀ ਗਣਤ ਨਾ ਗਣੀਆਂ ਕਾਈ। ਹੇ ਗਰੀਬ ਨਵਾਜ ਜੀ, ਸਾਨੂੰ ਗਿਣਤੀ ਮਿਣਤੀ ਵਿੱਚ ਨਾ ਪਾਵੇਂ। ਜੇ ਗਿਣਤੀ ਮਿਣਤੀ ਵਿੱਚ ਪੈ ਗਏ ਤੇ ਲੇਖੇ ਕਤੇ ਨਾ ਛੂਟੀਐ ਖਿਣ ਖਿਣ ਭੂਲਣ ਹਾਰ। ਮਹਾਰਾਜ ਜੇ ਗਿਣਤੀ ਵਿੱਚ ਪੈ ਗਏ, ਲੇਖੇ ਵਿੱਚ ਆਪ ਜੀ ਪੈ ਗਏ ਤੇ ਅਸੀਂ ਛੁੱਟ ਨਹੀਂ ਸਕਦੇ। ਅਸੀਂ ਤੇ ਖਿਣ ਖਿਣ ਕਰਕੇ ਹਰ ਆਉਂਦੇ ਜਾਂਦੇ ਸਾਹ ਦੇ ਨਾਲ ਭੁੱਲਣ ਵਾਲੇ ਹਾਂ। ਪਾਤਸ਼ਾਹ ਕਿੰਨੀਆਂ ਸੂਖਮ ਗਲਤੀਆਂ ਹਰ ਰੋਜ਼ ਕਰਦੇ ਹਾਂ, ਕਿੰਨੇ ਅਪਰਾਧ ਕਰਦੇ। ਅਸੀਂ ਤੇ ਬੇਨਤੀ ਕਰਨ ਆਏ ਹਾਂ ਮਹਾਰਾਜ ਜੀ, ਸੁਤ ਅਪਰਾਧ ਕਰਤ ਹੈ ਜੇਤੇ ਜਤਨੀ ਚੀਤ ਨਾ ਰਾਖ ਸਤੇ। ਜਿੰਨੇ ਮਰਜੀ ਵੀ ਪੁੱਤ ਅਪਰਾਧ ਕਰ ਦਵੇ, ਮਾਂ ਆਪਣੇ ਚਿੱਤ ਵਿੱਚ ਨਹੀਂ ਰੱਖਦੀ, ਮਾਂ ਆਪਣੇ ਪੁੱਤ ਦੀ ਖੈਰ ਹੀ ਮੰਗਦੀ ਹੈ। ਗੁਰਦੇਵ ਜੀ ਤਾਂ ਆਪ ਜੀ ਦੇ ਪਾਸ ਬੇਨਤੀ ਕਰਨ ਆਏ ਹਾਂ, ਤਾਂ ਬੇਨਤੀ ਕਰਦੇ ਹਾਂ ਕਿ ਜੈਸਾ ਬਾਰ ਭਾਏ ਸੁਭਾਈ ਲੱਖ ਅਪਰਾਧ ਕਮਾਏ, ਕਰ ਉਪਦੇਸ਼ ਝਿੜਕੈ ਬਹੁ ਭਾਤੀ ਬਹੁਰ ਪਿਤਾ ਗੱਲ। ਮਹਾਰਾਜ ਜੀ ਸਾਡੀ ਗਿਣਤੀ, ਸਾਡੇ ਵਿਕਾਰਾਂ ਦੀ ਗਿਣਤੀ ਵਿੱਚ ਨਾ ਪਿਆ ਜੇ। ਆਪ ਕਿਰਪਾ ਕਰਿਆ ਜੇ, ਆਪਣੇ ਬਿਰਦ ਦੀ ਹੀ ਲਾਜ ਰੱਖਿਆ ਜੇ। ਇਹ ਤੁਹਾਡਾ ਬਿਰਦ ਹੈ, ਆਪਣਾ ਬਿਰਦ ਜਾਣ ਕਰਕੇ, ਆਪਣੇ ਜਾਣ ਕਰਕੇ ਆਪਣੇ ਬਿਰਦ ਦੀ ਪਛਾਣ ਕਰਿਆ ਜੇ। ਜੇ ਸਾਡੇ ਵਿਕਾਰਾਂ ਦੀ ਗਿਣਤੀ ਵਿੱਚ ਕਰਨ ਵਿੱਚ ਪੈ ਗਏ ਤੇ ਪਾਤਸ਼ਾਹ ਸਾਡੇ ਪਾਸੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੋ ਸਕਣਾ। ਆਪ ਜੀ ਕਿਰਪਾ ਦੇ ਘਰ ਵਿੱਚ ਆਏ ਹੋ, ਆਪ ਜੀ ਨੇ ਆਪਣਾ ਬਿਰਦ ਜਾਣ ਕਰਕੇ ਨਾ, ਇੱਕ ਕੋੜੀ ਨੇ ਵਰਲਾਭ ਕੀਤਾ ਆਪ ਜੀ ਦੇ ਦਰਬਾਰ ਦੇ ਅੱਗੇ ਆਣ ਕਰਕੇ। ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਦਿਆਲਤਾ ਕਰਕੇ ਜਿੱਥੇ ਉਹਦਾ ਕੋੜ ਦੂਰ ਕੀਤਾ, ਨਾਲ ਤੇ ਨਾਲ ਬਖਸ਼ਿਸ਼ ਕਰਕੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਵੀ ਬਖਸ਼ ਕਰਕੇ ਨਵਾਜਿਆ। ਪਾਤਸ਼ਾਹ ਜੀ ਸਾਡੇ ਮਨ ਨੂੰ ਵੀ ਭਾਵੇਂ ਬਾਹਰੀ ਸਰੀਰਕ ਤੌਰ ਤੇ ਅਜੇ ਕੋੜੇ ਨਹੀਂ ਹੋਏ, ਪਰ ਮਨ ਕਰਕੇ ਕੋੜੇ ਤੇ ਹੋਏ ਹੋਏ ਆ। ਜਿਹੜਾ ਵਿਕਾਰਾਂ ਰੂਪੀ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਕੋੜ ਪਿਆ ਹੋਇਆ ਹੈ, ਜਿਹੜਾ ਵਿਕਾਰਾਂ ਨੂੰ ਭੋਗਣ ਰੂਪੀ ਪਾਕ ਇਹਦੇ ਵਿੱਚੋਂ ਇਹ ਜਿਹੜਾ ਰੇਸ਼ਾ ਵਗ ਰਿਹਾ, ਪਾਤਸ਼ਾਹ ਜੀ ਇਹਦੀ ਵਿਚਾਰ ਆਪ ਕਿਰਪਾ ਕਰੋ, ਰਹਿਮਤ ਕਰੋ ਸਾਡੇ ਤੇ, ਤਰਸ ਕਰਕੇ ਦਿਆਲਤਾ ਕਰਕੇ ਸਾਡੇ ਕੀਤੇ ਹੋਏ ਪਾਪਾਂ ਦੀ ਗਿਣਤੀ ਨਾ ਕਰਿਆ ਜੀ। ਆਪਣਾ ਬਿਰਦ ਜਾਣ ਕਰਕੇ ਪਾਤਸ਼ਾਹ ਜੀ ਵੇਖੋ ਦਾੜਾ ਕੇਸ ਰੱਖਿਆ, ਕਿਰਪਾਨ ਪਾਈ ਹੋਈ, ਆਪ ਜੀ ਦਾ ਬਾਣਾ ਪਾ ਕਰਕੇ ਵਿਚਰ ਰਹੇ ਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਦਇਆ ਕਰੋ, ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਆਪਣੇ ਪਾਏ ਹੋਏ ਬਾਣੇ ਦੀ ਲਾਜ ਰੱਖ ਲਿਆ ਜੀ। ਇਹਨਾਂ ਕੇਸਾਂ ਦੀ, ਇਹਨਾਂ ਮਹਾਰਾਜ ਜੀ ਤਾਂ ਹੀ ਆਪ ਜੀ ਦੇ ਪਾਸੋਂ ਹਰ ਰੋਜ਼ ਆਪ ਜੀ ਦੇ ਸਿੱਖ ਇਹ ਬੇਨਤੀ ਕਰਦੇ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ। ਪਾਤਸ਼ਾਹ ਜੀ ਇਹ ਬਿਰਦ ਰੱਖਦੇ ਹੋਏ ਆਪ ਕਿਰਪਾ ਕਰੋ, ਆਪਣੇ ਬਿਰਦ ਦੀ ਪਛਾਣ ਕਰੋ ਜੀ, ਸਾਡੇ ਔਗਣਾਂ ਦੀ ਵਿਚਾਰ ਨਾ ਕਰਨੀ ਜੀ। ਹੱਥ ਦੇ ਰਾਖੇ ਕਰ ਆਪਣੇ। ਜੇ ਮਹਾਰਾਜ ਜੀ ਪੁੱਛ ਲੈਣ ਸਿੱਖਾ ਇਹ ਬੇਨਤੀ ਕਿਉਂ ਕਰਦਾ, ਪਾਤਸ਼ਾਹ ਤਾਂ ਕਰਦੇ ਆ ਤੁਸੀਂ ਆਪਣਿਆਂ ਨੂੰ ਹੱਥ ਦੇ ਕਰਕੇ ਰੱਖ ਲੈਂਦੇ, ਤੁਸੀਂ ਆਪਣਿਆਂ ਨੂੰ ਤਤੀਵਾਨ ਹੀ ਲੱਗਣ ਦਿੰਦੇ। ਆਪ ਜੀ ਬਖਸ਼ਿਸ਼ ਦੇ ਘਰ ਵਿੱਚ ਆਏ, ਬਾਬਾ ਬਿਧੀ ਚੰਦ ਜੀ ਆਪ ਜੀ ਦੇ ਪਿਆਰੇ ਸਿੱਖ ਨੂੰ ਭੱਟ ਵਿੱਚ ਬੈਠਿਆਂ ਨੂੰ ਸੇਕ ਨਹੀਂ ਲੱਗਣ ਦਿੱਤਾ। ਆਪ ਜੀ ਨੇ ਕਿਰਪਾ ਕੀਤੀ, ਗੁਰਦੇਵ ਮਹਾਰਾਜ ਜੀ ਆਪ ਜੀ ਨੇ ਦਿਆਲਤਾ ਕਰਕੇ ਕਿੱਡੀ ਦੂਰੋਂ ਜਲ ਦੀ ਵਰਖਾ ਹੀ ਬਾਬਾ ਬਿਧੀ ਚੰਦ ਜੀ ਦੇ ਉੱਤੇ ਆਪ ਜੀ ਨੇ ਕਰਵਾ ਦਿੱਤੀ। ਐਸਾ ਆਪ ਜੀ ਦਾ ਸੁਭਾਅ ਹੈ, ਆਪ ਆਪਣਿਆਂ ਨੂੰ ਹੱਥ ਦੇ ਕਰਕੇ ਰੱਖਣ ਵਾਲੇ। ਆਪ ਜੀ ਨੇ ਹੱਥ ਦੇ ਕਰਕੇ ਕੌਡੇ ਵਰਗਾ ਵੱਡਾ ਰਾਖਸ਼ ਮਹਾਰਾਜ ਜੀ ਆਪ ਜੀ ਦੇ ਪਿਆਰੇ ਬਾਬਾ ਮਰਦਾਨਾ ਜੀ ਨੂੰ ਤੇਲ ਦੇ ਕੜਾਏ ਵਿੱਚ ਸੁੱਟਣ ਲੱਗਾ। ਆਪ ਜੀ ਪਹੁੰਚ ਗਏ ਉੱਥੇ, ਤਤਛਿਣ ਜਾ ਕਰਕੇ ਬਾਬਾ ਮਰਦਾਨਾ ਜੀ ਦੀ ਜਿਵੇਂ ਰੱਖਿਆ ਕੀਤੀ ਹੈ ਸਾਡੀ ਵੀ ਕਰੋ ਜੀ। ਮਹਾਰਾਜ ਜੀ ਸਾਡੇ ਵਿੱਚ ਉਹਨੇ ਗੁਣ ਨਹੀਂ ਜਿੰਨੇ ਬਾਬਾ ਮਰਦਾਨਾ ਜੀ ਵਿੱਚ ਹਨ। ਮਹਾਰਾਜ ਕਿੱਥੇ ਬਾਬਾ ਮਰਦਾਨਾ ਜੀ, ਉਹ ਤੇ ਸੁਲਤਾਨ ਦੀ ਨਿਆਈ ਹਾਂ, ਅਸੀਂ ਤੇ ਮੀਆਂ ਗਰੀਬ ਦੀ ਨਿਆਈ ਹਾਂ। ਮਹਾਰਾਜ ਆਪ ਕਿਰਪਾ ਕਰਕੇ ਸਾਡੇ, ਜੇ ਬਾਬਾ ਮਰਦਾਨਾ ਜੀ ਦੀ ਤੁਸੀਂ ਰੱਖਿਆ ਕੀਤੀ ਉਹ ਤੁਹਾਡੇ ਪਿਆਰੇ ਨੇ, ਪਰ ਸਾਡੀ ਵੀ ਗਰੀਬਾਂ ਦੀ ਆਪ ਜੀ ਰੱਖਿਆ ਕਰੋ। ਆਪ ਜੀ ਦੇ ਇਹ ਬਿਰਦ ਜਾਣ ਕਰਕੇ ਕਿ ਤੁਸੀਂ ਹੱਥ ਦੇ ਰਾਖੇ ਕਰ ਆਪਣੇ, ਜਿਹੜੇ ਤੁਹਾਡੇ ਆਪਣੇ ਹੋ ਗਏ ਨੇ ਉਹਨਾਂ ਦੀ ਹੱਥ ਦੇ ਕਰਕੇ ਰੱਖਿਆ ਕਰਦੇ ਹੋ। ਸਦਾ ਸਦਾ ਰੰਗ ਮਾਨ। ਅਥਵਾ ਜਿਹੜਾ ਇਹ ਬੇਨਤੀਆਂ ਕਰਦਾ ਹੈ ਮਹਾਰਾਜ ਕਹਿੰਦੇ ਉਹ ਸਦਾ ਸਦਾ ਵਾਸਤੇ, ਜਿਨ੍ਹਾਂ ਦੀ ਮਹਾਰਾਜ ਜੀ ਨੇ ਰੱਖਿਆ ਕੀਤੀ ਹੈ ਸਦਾ ਵਾਸਤੇ ਰੰਗ ਆਨੰਦ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਆਨੰਦ ਵਿੱਚ ਰਹਿੰਦੇ ਹਨ। ਉਹਨਾਂ ਨੂੰ ਜਿਹੜਾ ਪ੍ਰੇਮ ਰੂਪੀ ਆਨੰਦ ਸਤਿਗੁਰੂ ਸਾਹਿਬ ਜੀ ਨੇ ਚਾੜ ਦਿੱਤਾ ਹੈ, ਰੰਗ ਚਾੜਿਆ ਜਿਹੜਾ, ਉਹ ਕਦੀ ਵਾਸਤੇ ਲੱਥਦਾ ਨਹੀਂ। ਜਿਵੇਂ ਹੋਰ ਕਈ ਤਰੀਕਿਆਂ ਦੇ ਲੋਕ ਨਸ਼ੇ ਕਰਕੇ ਵਿਚਾਰ ਕਰਦੇ ਨੇ ਅਸੀਂ ਆਨੰਦ ਵਿੱਚ ਰਵਾਂਗੇ,
ਪਰ ਭਾਈ ਉਹ ਸਾਰੇ ਆਨੰਦ ਨਾਸ ਹੋ ਜਾਣ ਵਾਲੇ ਹਨ, ਪਰ ਜਿਹੜਾ ਪ੍ਰੇਮ ਰੂਪੀ ਆਨੰਦ ਸਤਿਗੁਰੂ ਸਾਹਿਬ ਜੀ ਨੇ ਆਪਣਾ ਦਿੱਤਾ ਹੋਇਆ ਕਦੀ ਵਾਸਤੇ ਇਹ ਲੱਥਣ ਵਾਲਾ ਨਹੀਂ ਹੈ ਜੀ। ਸਾਚਾ ਸਾਹਿਬ ਸਦ ਮਿਹਰਬਾਨ। ਤੇ ਜਦੋਂ ਇਹੋ ਜੀਆਂ ਕੋਈ ਬੇਨਤੀਆਂ ਕਰਦਾ ਹੋਵੇ ਤੇ ਹੋ ਸਕਦਾ ਕੋਈ ਲਾਗੋਂ ਆਣ ਕੇ ਪੁੱਛ ਲੈ, ਭਰਾਵਾ ਬੜੀਆਂ ਬੇਨਤੀਆਂ ਕਰੀ ਜਾਂਦਾ, ਕੀ ਹੋਵੇਗਾ ਜੇ ਰੱਬ ਭਲਾ ਤੈਨੂੰ ਇੱਕ ਵਾਰੀ ਦੇ ਵੀ ਦਵੇ ਤੇ ਫਿਰ ਭਲਾ ਦੁਬਾਰਾ ਬੇਨਤੀ ਕਰਨ ਆ ਸਕਦਾ ਹੈ? ਕਹਿੰਦੇ ਭਾਈ ਸਾਚਾ ਸਾਹਿਬ ਸਦ ਮਿਹਰਬਾਨ, ਤਾਂ ਤੈਨੂੰ ਕਿਹਾ ਇੱਥੇ ਬੇਨਤੀ ਕਰਿਆ ਕਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਸਾਹਿਬ ਸਦਾ ਹੀ ਮਿਹਰਬਾਨ। ਇਹ ਨਹੀਂ ਕਿ ਅੱਜ ਦਿੱਤਾ ਕੱਲ ਨੂੰ ਨਹੀਂ ਦੇਣਗੇ, ਕੱਲ ਦਿੱਤਾ ਪਰਸੋਂ ਨਹੀਂ ਦੇਣਗੇ, ਨਹੀਂ ਭਾਈ। ਸੋ ਉਹ ਅਬਨਾਸੀ ਸਦਾ ਸਦਾ ਨਾ ਆਵੇ ਨਾ ਜਾਈ। ਇਹ ਅਬਨਾਸੀ ਸਤਿਗੁਰੂ ਸਾਹਿਬ ਜੀ ਇਹੋ ਜਿਹੇ ਦਾਤੇ ਹਨ। ਇਹ ਤੇ ਭਾਈ ਭਾਵੇਂ ਤੈਨੂੰ ਕਈ ਵੀ ਜਾਂਦੇ ਨੇ ਸਮਝਾਉਣ ਦਾ ਯਤਨ ਕੀਤਾ ਨਾ ਗੁਰਬਾਣੀ ਦੁਆਰਾ ਕਿ 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਬਖੋਟ ਗਵਾਵੈ, ਇੱਕ ਭੀ ਨਾ ਦੇ 10 ਭੀ ਹਿਰ ਲੈ ਤਉ ਮੂੜਾ ਕਉ ਕਾਹ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ। ਭਾਵੇਂ ਸਮਝਾਇਆ ਪਰ ਫਿਰ ਵੀ ਸਤਿਗੁਰੂ ਸਾਹਿਬ ਜੀ ਅਜਿਹੇ ਦਾਤੇ ਨੇ, ਦਾਤਾਂ ਦੇਈ ਜਾਂਦੇ ਨੇ। ਇਹੋ ਜਿਹੇ ਮਿਹਰਬਾਨ ਹਨ। ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਹਿਲਾਂ ਰਿਜ਼ਕ ਪਹੁੰਚਾਇਆ ਹੈ, ਫਿਰ ਤੈਨੂੰ ਪੈਦਾ ਕੀਤਾ। ਐਸੇ ਦਾਤੇ ਸਤਿਗੁਰੂ ਸਾਹਿਬ, ਐਸੇ ਮਿਹਰਬਾਨ ਦਾਤੇ ਸਤਿਗੁਰੂ ਸਾਹਿਬ ਜੀ ਦੇ ਭਾਈ। ਕਾਦੇ ਲਈ ਅਰਦਾਸ ਬੇਨਤੀ, ਕਾਦੇ ਲਈ ਬੰਦਗੀ ਭਗਤੀ ਕਿਉਂ ਨਹੀਂ ਕਰਦਾ ਤੂੰ? ਇਹ ਮੇਰੇ ਮਨਾ, ਇਹ ਭੈੜਿਆ ਕਿਹੜੀਆਂ ਗੱਲਾਂ 'ਚ ਲੱਗਾ ਹੋਇਆ, ਕਿਹੜੀਆਂ ਸੋਚਾਂ 'ਚ ਪਿਆ ਏ? ਕਿਉਂ ਭਾਈ ਕਾਦੇ ਸਵਾਲ ਕਰੀ ਜਾਣਾ? ਕਿਉਂ ਨਹੀਂ ਦੇਣਗੇ? ਉਹ ਤੇ ਸਦਾ ਹੀ ਮਿਹਰਬਾਨ ਹਨ। ਵੇਖ ਜੇ ਕਿਸੇ ਨੇ ਭੁੱਲ ਕਰ ਵੀ ਲਈ, ਬੜੇ ਭੈੜੇ ਬਚਨ ਕਰ ਦਿੱਤੇ, ਕੋੜ ਪੈ ਗਿਆ, ਫਿਰ ਆਣ ਕੇ ਬੇਨਤੀ ਕੀਤੀ, ਮਹਾਰਾਜ ਭੁੱਲ ਗਏ। ਜਿੱਥੇ ਭਾਈ ਉਸ ਸਮੇਂ ਹਿੱਕ ਨਾ ਲਾਇਆ, ਨਾਲ ਦੇ ਨਾਲ ਆਖਿਆ ਲਾਓ ਬਾਣੀ ਉਚਾਰੋ, ਰਹਿੰਦੀ ਦੁਨੀਆ ਤੱਕ ਤੁਹਾਨੂੰ ਆਪਣੀ ਹਿੱਕ ਨਾ ਲਾ ਕੇ ਰੱਖਾਂਗੇ। ਇਹੋ ਜਿਹੇ ਮਿਹਰਬਾਨ ਪਾਤਸ਼ਾਹ ਕਿੱਥੋਂ ਪ੍ਰਾਪਤ ਹੋ ਜਾਣਗੇ? ਨਹੀਂ ਹੋਣਗੇ। ਉਹ ਮਹਾਰਾਜ ਜੀ ਸਦਾ ਵਾਸਤੇ ਮਿਹਰਬਾਨ ਹਨ। ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਕਹਿੰਦੇ ਭਾਈ ਜਦੋਂ ਸਤਿਗੁਰੂ ਪੂਰੇ ਸਤਿਗੁਰੂ ਸਾਹਿਬ ਜੀ ਨੇ ਬੰਧਨ ਪਾ ਲਿਆ, ਭਾਵ ਪ੍ਰੇਮ ਰੂਪੀ ਬੰਦ, ਜਾਂ ਐਵੇਂ ਕਹਿ ਲਈਏ ਕਿ ਸਬੰਧ ਬਣਾ ਲਿਆ ਜਿਸ ਸਮੇਂ ਗੁਰਸਿੱਖਾਂ ਦੇ ਨਾਲ, ਹੋਈ ਸਰਬ ਕਲਿਆਣ। ਉਦੋਂ ਕਹਿੰਦੇ ਸਮੁੱਚੀ ਮਨੁੱਖਤਾ ਦੀ ਜਾਂ ਸਾਰੇ ਜਿਤਨੇ ਵੀ ਜੀ ਗੁਰੂ ਕੀ ਹਾਜ਼ੂਰੀ 'ਚ ਆ ਗਏ, ਸਾਰਿਆਂ ਦੀ ਕਲਿਆਣ ਹੋ ਗਈ। ਜਿਹੜੇ ਕਲਿਆਣ ਹੋਇਆਂ ਨੂੰ ਮਿਲੇ ਉਹਨਾਂ ਤੇ ਵੀ ਭਾਈ ਕਿਰਪਾ ਹੋ ਗਈ ਹੈ। ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਜਿਉ ਪਾਏ ਪਿੰਡ ਜਿਨ ਸਾਜਿਆ। ਮਹਾਰਾਜ ਜੀ ਕਾਦੇ ਲਈ ਭਲਾ ਭਗਤੀ ਕਰਿਆ ਕਰੀਏ, ਕਿਉਂ ਬੰਦਗੀ ਕਰੀਏ, ਕਿਉਂ ਅਰਦਾਸਾਂ ਕਰੀਏ, ਕਿਉਂ ਰੱਬ ਦੀ ਐਵੇਂ ਭਗਤੀ ਕਰੀ ਜਾਈਏ? ਸਾਨੂੰ ਦੱਸੋ, ਸਾਨੂੰ ਰੱਬ ਨੇ ਕੀ ਦਿੱਤਾ ਹੋਇਆ? ਮਹਾਰਾਜ ਕਹਿੰਦੇ ਜਿਉ ਪਾਏ ਪਿੰਡ ਜਿਨ ਸਾਜਿਆ। ਵਿਚਾਰ ਕਰਕੇ ਵੇਖ, ਇਹ ਭਾਈ ਸਰੀਰ, ਪਿੰਡ ਜਿਹੜਾ ਸਰੀਰ ਜਿਸ ਨੇ ਇਹ ਚੇਤਨ ਸੱਤਾ ਪਾ ਕਰਕੇ ਜਾਂ ਇਸ ਤਰੀਕੇ ਦੇ ਨਾਲ ਮਾਤਾ ਦੇ ਗਰਭ ਵਿੱਚ ਇਹ ਸੁੰਦਰ ਸਰੀਰ ਜਿਸ ਨੇ ਸਾਜਣਾ ਕੀਤਾ ਹੈ, ਚੇਤੇ ਹੀ ਇਹ ਚੇਤਾ ਕਰਾਉਣ ਵਾਸਤੇ ਗੁਰਬਾਣੀ ਨੇ ਸਮਝਾਇਆ ਹੈ ਨਾ। ਮੁਖ ਤਲੇ ਪੈਰ ਉਪਰੈ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉ ਵਸਾਰੇ ਹੋ ਉਧਰੈ ਜਿਸ ਦੇ ਨਾਲ। ਚੇਤਾ ਹੀ ਭਾਈ ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲਮਕਿਆ ਹੋਇਆ 9 ਮਹੀਨਿਆਂ ਤੱਕ ਬੇਨਤੀਆਂ ਕਰਦਾ ਸੈਂ, ਵੇਖ ਜਿਸ ਪਰਮੇਸ਼ਰ ਨੇ ਉੱਥੇ ਰੱਖਿਆ ਕੀਤੀ ਹੈ, ਉੱਥੋਂ ਤੇਰੀਆਂ ਬੇਨਤੀਆਂ ਸਰਵਣ ਕਰਕੇ ਤੇ ਤੈਨੂੰ ਉਸ ਜਠਰਾ ਅਗਨੀ ਚੋਂ ਬਾਹਰ ਕੱਢ ਕਰਕੇ ਇਸ ਸੰਸਾਰ ਦੇ ਉੱਤੇ ਜਨਮ ਦਿੱਤਾ। ਵੇਖ ਕਿੰਨੇ ਰੰਗ ਮਹੱਲ, ਵੇਖ ਇਹ ਕਿੱਡੀ ਸੁੰਦਰ ਦੁਨੀਆ ਤੈਨੂੰ ਇਹਨਾਂ ਅੱਖਾਂ ਨਾਲ ਵੇਖਣ ਲਈ ਮਿਲੀ ਹੈ, ਜਿਹਨੂੰ ਵੇਖ ਕਰਕੇ ਤੇਰਾ ਕਦਾ ਚਿੱਤ ਵੀ ਇੱਥੋਂ ਜਾਣ ਨੂੰ ਚਿੱਤ ਨਹੀਂ ਕਰਦਾ, ਕਦੀ ਮਨ ਨਹੀਂ ਕਰਦਾ। ਇਹ ਜਿਹੜਾ ਸੰਸਾਰ ਹੈ ਇਹਦੇ ਰੰਗ ਬਰੰਗੇ ਤਮਾਸ਼ਿਆਂ ਦੇ ਵਿੱਚ ਚਿੱਤ ਪਰਚਾਇਆ ਹੋਇਆ ਹੀ, ਪਰ ਚੇਤੇ ਰੱਖਿਆ ਕਰ ਜਿਨੇ ਇਹ ਪਿੰਡ ਸਰੀਰ ਸਾਜਿਆ ਹੈ ਸੁੰਦਰ, ਜਿਨੇ ਇਹ ਸੁੰਦਰ ਦੇਹ ਹੀ ਦਿੱਤੀ ਹੈ, ਉਹ ਪਰਮੇਸ਼ਰ ਨੂੰ ਵੀ ਕਦੀ ਤਾਈਂ ਭਾਈ ਚੇਤੇ ਕਰ ਲਿਆ ਕਰ। ਉਹਦੀ ਯਾਦ ਵਿੱਚ ਵੀ ਕਦੀ ਤਾਈਂ ਜੁੜ ਜਾਇਆ ਕਰ, ਜਿਨੇ ਇੰਨਾ ਸੁੰਦਰ ਸਰੀਰ, ਇੰਨੇ ਸੁੰਦਰ ਹੱਥ ਪੈਰ, ਇੰਨੀ ਸੁੰਦਰ ਲਤਰੋ ਜ਼ਬਾਨ ਲਾਈ ਹੋਈ ਹੈ, ਜਿਹੜੀ ਸਾਰੀ ਦਿਹਾੜੀ ਭੈੜੀਆਂ ਚੁਗਲੀਆਂ ਕਰਦੀ, ਰੱਜਦੀ ਨਹੀਂ। ਆ ਜਿਹੜੇ ਸੁੰਦਰ ਕੰਨ ਲਾਏ ਨੇ ਸੁਣਦੇ ਹੋਏ ਵਕਾਰਾਂ ਦੀਆਂ ਗੱਲਾਂ ਨੂੰ, ਆ ਜਿਹੜੀਆਂ ਅੱਖਾਂ ਹਨ ਪਰਾਇਆ ਤਨ ਤੇ ਧਨ ਵੇਖਣ ਵਿੱਚ ਹੀ ਲੱਗੀਆਂ ਹੋਈਆਂ ਨੇ, ਇਹਨਾਂ ਨੂੰ ਕਹਿੰਦੇ ਪ੍ਰੇਰ ਕਰਕੇ ਕਦੀ ਗੁਰੂ ਕੇ ਦਰਬਾਰ ਦੇ ਦਰਸ਼ਨ ਕਰਾਇਆ ਕਰ। ਇਹਨਾਂ ਕੰਨਾਂ ਦੁਆਰਾ ਕਦੀ ਗੁਰੂ ਕੀ ਬਾਣੀ, ਗੁਰੂ ਕਾ ਜਸ
ਆ ਜਿਹੜਾ ਪਿੰਡ ਸਰੀਰ ਜਿੰਨੇ ਸਾਜਿਆ ਹੋਇਆ ਹੈ ਭਾਈ, ਉਹਦੇ ਲੇਖੇ ਵਿੱਚ ਵੀ ਲਾ ਵੇਖ, ਜਿਹੜਾ ਕੁਝ ਟਕਿਆਂ ਦੀ ਤਨਖਾਹ ਦਿੰਦਾ ਹੋਵੇ ਨਾ, ਕੁਝ ਤਨਖਾਹ ਦਿੰਦਾ ਹੋਵੇ ਦਿਹਾੜੀ ਤੇ ਖੜ ਕੇ, ਤੇ ਉਹ ਵੀ ਕੰਮ ਲੈਂਦਾ। ਦਿਹਾੜੀ ਤੇ ਖੜੇ ਹੋਏ ਪਾਸੋਂ ਬਹਿਣ ਨਹੀਂ ਦਿੰਦੇ, ਲੱਕ ਸਿੱਧਾ ਨਹੀਂ ਕਰਨ ਦਿੰਦੇ ਕਿ ਭਾਊ ਤੈਨੂੰ ਦਿਹਾੜੀ ਦੇਣੀ ਸ਼ਾਮਾਂ ਨੂੰ, ਤਗੜਾ ਹੋ ਕੇ ਕੰਮ ਕਰ, ਐਵੇਂ ਨਹੀਂ ਲਿਆਂਦਾ, ਵਿਹਲਾ ਨਹੀਂ। ਜੇ ਰੋਟੀ ਖਵਾਈ ਤੇ ਤਾਂ ਵੀ ਕੰਮ ਕਰਵਾਇਆ। ਪਰ ਵੇਖ ਉਹ ਪਰਮੇਸ਼ਰ ਵਾਹਿਗੁਰੂ ਆ ਗਿਣਤੀ ਸਵਾਸ ਤੈਨੂੰ ਹਰ ਰੋਜ਼ ਖਰਚਣ ਲਈ ਦੇਈ ਜਾਂਦਾ। ਹਰ ਰੋਜ਼ ਜਿੱਥੇ ਸਰੀਰ ਦਿੱਤਾ ਹੈ ਨਾ, ਉੱਥੇ ਨਾਲ ਖਰਚਾ ਕੀ ਹੈ ਸਾਡਾ, ਆ ਜਿਹੜੇ ਸਵਾਸ ਆਪਾਂ ਖਰਚ ਰਹੇ ਹਰ ਰੋਜ਼, ਆਉਂਦੇ ਜਾਂਦੇ ਸਾਹ ਪਰਮੇਸ਼ਰ ਖਰਚਾ ਵੀ ਦੇ ਰਿਹਾ ਹੈ। ਜਿਹੜਾ ਏਡਾ ਸੁੰਦਰ 8 ਪੈਰਾਂ 'ਚ ਖਰਚਾ ਦੇ ਰਿਹਾ ਹੈ। ਕੁਝ ਸਮਾਂ ਹੀ ਕਿੰਨਾ ਕੁ ਕਿਹਾ, ਕਿਤੇ ਕਹਿੰਦੇ ਏਕ ਘੜੀ ਆਦੀ ਹੁਣ ਆਦ ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ। ਥੋੜੇ ਤੋਂ ਥੋੜਾ ਸਮਾਂ ਹੀ ਕਿਤੇ ਪਰਮੇਸ਼ਰ ਦਾ ਚਿੰਤਨ ਕਰ, ਤੇਰਾ ਲਾਭਦਾਈ ਹੋਵੇਗਾ, ਤੇਰੇ ਇਹ ਸਵਾਸ ਸਫਲੇ ਹੋ ਜਾਣਗੇ। ਪਹਿਨਣ ਖਾਨ ਕਹਿੰਦੇ ਮਹਾਰਾਜ ਹੋਰ ਦੱਸੋ ਜੀ, ਕਹਿੰਦੇ ਫਿਰ ਤੈਨੂੰ ਖਾਣ ਲਈ ਵੀ ਦਿੱਤਾ ਤੇ ਪਹਿਨਣ ਲਈ ਵੀ ਦਿੱਤਾ। ਮਹਾਰਾਜ ਆ ਸਵਾਸਾਂ ਵਾਲੀ ਗੱਲ ਮੰਨ ਲਈ, ਹੋਰ ਕਹਿੰਦੇ ਖਾਣ ਤੇ ਪਹਿਨਣ ਲਈ ਵੀ ਉਹ ਪਰਮੇਸ਼ਰ ਵਾਹਿਗੁਰੂ ਤੈਨੂੰ ਦੇ ਰਿਹਾ ਹੈ, ਤੇਰਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਜੀ। ਆਪਣੇ ਦਾਸ ਕੀ ਆਪ ਪੈਜ ਰਾਖੀ। ਮਹਾਰਾਜ ਕੀ ਕਰਦੇ, ਕਹਿੰਦੇ ਭਾਈ ਉਹ ਆਪਣੇ ਦਾਸਾਂ ਦੀ ਆਪ ਹੀ ਪੈਜ ਰੱਖ ਲੈਂਦੇ। ਜੇ ਭਲਾ ਮਹਾਰਾਜ ਆਪਾਂ ਸਭ ਕੁਝ ਹੀ ਛੱਡ ਕੇ ਤੁਹਾਡੇ ਹੋ ਜਾਈਏ, ਤੇ ਕਹਿੰਦੇ ਫਿਰ ਭਾਈ ਤੇਰੀ ਆਪ ਪੈਜ ਰੱਖਣਗੇ, ਆਪ, ਕਿਸੇ ਹੋਰ ਨੂੰ ਨਹੀਂ ਭੇਜਣ ਲੱਗੇ। ਇਹ ਸਵਾਲ ਇੱਕ ਵਾਰੀ ਇੱਕ ਬਾਦਸ਼ਾਹ ਨੇ ਇੱਕ ਮਹਾਤਮਾ ਦੇ ਪਾਸ ਕੀਤਾ। ਕਹਿਣ ਲੱਗੇ ਮਹਾਂਪੁਰਖੋ, ਮੈਂ ਸੁਣਿਆ ਹੈ ਕਿ ਪਰਮੇਸ਼ਰ ਜਿਹੜਾ ਸੰਤਾਂ ਦੇ ਕਾਰਜ ਸਵਾਰਨ ਵਾਸਤੇ ਆਪ ਆਉਂਦਾ, ਪਰ ਮੈਨੂੰ ਇੱਕ ਹੈਰਾਨਗੀ ਹੈ ਜੀ, ਮੈਂ ਬਾਦਸ਼ਾਹ, ਏਡਾ ਵੱਡਾ ਰਾਜ ਭਾਗ ਦਾ ਮਾਲਕ, ਤੇ ਜੇ ਮੈਨੂੰ ਕੋਈ ਵਿਘਨ ਪੈ ਜਾਵੇ, ਕਿਥੇ ਕੋਈ ਕੰਮ ਕਿਸੇ ਪਾਸੋਂ ਕਰਾਉਣਾ ਹੋਵੇ, ਤੇ ਮੈਂ ਆਪਣਾ ਬੰਦਾ ਸੁਨਾਹ ਲਾ ਕੇ ਭੇਜ ਦੇਵਾਂ ਕੋਈ ਇੱਕ ਅਹਿਲਕਾਰ, ਤੇ ਉਹ ਕੰਮ ਹੋ ਜਾਂਦਾ। ਜੇ ਬੜਾ ਜ਼ਿਆਦਾ ਕੰਮ ਅੜ ਜਾਵੇ ਤੇ ਵਜ਼ੀਰ ਚਲ ਜਾਂਦਾ। ਜੇ ਬਹੁਤਾ ਕੋਈ ਅੜੀ ਕਰੇ ਤੇ ਮਹਾਰਾਜ ਮੈਂ ਸੈਨਾ ਚੜਾ ਕੇ ਭੇਜ ਦੇਣਾ, ਮੈਂ ਆਪ ਨਹੀਂ ਜਾਂਦਾ, ਮੇਰੇ ਕਾਰਜ ਹੋਈ ਜਾਂਦੇ ਨੇ। ਤੇ ਮਹਾਂਪੁਰਖੋ ਤੁਸੀਂ ਦੱਸਦੇ, ਜੇ ਰੱਬ ਬੜਾ ਵੱਡਾ ਹੈ ਤੇ ਜੇ ਉਹ ਏਡਾ ਵੱਡਾ ਹੈ ਤੇ ਸੰਤਾਂ ਦੇ ਕਾਰਜ ਕਰਨ ਵਾਸਤੇ ਆਪ ਹੀ ਭਲਾ ਕਿਉਂ ਆ ਜਾਂਦਾ? ਮਹਾਰਾਜ ਉੱਥੇ ਵੀ ਕਿਸੇ ਨਾ ਕਿਸੇ ਨੂੰ ਭੇਜ ਦਿਆ ਕਰੇ। ਮਹਾਂਪੁਰਖ ਕਹਿਣ ਲੱਗੇ, ਰਾਜਨ ਕੁਝ ਦਿਹਾੜਿਆਂ ਬਾਅਦ ਅਸੀਂ ਇੱਕ ਕੁਟੀਆ ਪਾਈ ਹੈ ਦਰਿਆ ਦੇ ਕੰਢੇ ਤੇ, ਉੱਥੇ ਆਵੀਂ, ਤੈਨੂੰ ਤੇਰੀ ਗੱਲ ਦਾ ਜਵਾਬ ਦੇਵਾਂਗੇ ਤੇ ਪਰਿਵਾਰ ਸਮੇਤ ਆ। ਰਾਜੇ ਨੇ ਕਹਿੰਦਾ ਠੀਕ ਹੈ, 7 ਬਚਨ ਜੀ, ਪਰ ਦੱਸਿਆ ਜੇ ਜ਼ਰੂਰ। ਮਨ 'ਚ ਵਿਚਾਰ ਕਰਦਾ, ਐਵੇਂ ਮਹਾਤਮਾ ਨੇ ਸਮਾਂ ਟਾਲ ਦਿੱਤਾ, ਗੱਲ ਦਾ ਜਵਾਬ ਤੇ ਕੋਈ ਹੈ ਨਹੀਂ, ਰੱਬ ਏਡਾ ਵੱਡਾ ਹੋਣਾ ਹੀ ਨਹੀਂ, ਜਾਂ ਉਹਦੇ ਪਾਸ ਬਹੁਤੀ ਫੌਜ ਨਹੀਂ ਹੋਣੀ, ਤਾਈਓ ਹੀ ਉਹ ਆਪ ਤੁਰਿਆ ਫਿਰਦਾ ਹੈ ਨਾ। ਜੋ ਅਹਿਲਕਾਰ ਮੰਤਰੀ ਕੋਈ ਦੇਵੀ ਦੇਵਤੇ ਉਹਦੇ ਪਾਸ ਬਹੁਤੇ ਹੁੰਦੇ, ਭੇਜ ਦਿਆ ਕਰਦਾ ਕਿਸੇ ਨੂੰ, ਆਪ ਆਉਣ ਦੀ ਕੀ ਜ਼ਰੂਰਤ ਸੀ। ਇਹ ਵਿਚਾਰਾਂ ਕਰਦਾ ਮੁੜ ਗਿਆ ਬਾਦਸ਼ਾਹ। ਜਿਸ ਦਿਨ ਦਾ ਸਮਾਂ ਮਿਥਿਆ ਸੀ, ਉਸ ਦਿਹਾੜੇ ਜਦੋਂ ਸਾਰਾ ਹੀ ਰਾਜ ਦਰਬਾਰ ਸਾਰੇ ਆਣ ਕਰਕੇ ਇਕੱਠੇ ਹੋ ਗਏ, ਮਹਾਤਮਾ ਨੇ ਪਹਿਲਾਂ ਹੀ ਇਹਦੇ ਆਉਣ ਤੋਂ ਪਹਿਲਾਂ ਹੀ ਸਾਰਾ ਯਤਨ ਪ੍ਰਬੰਧ ਕੀਤਾ ਹੋਇਆ। ਜਿਸ ਸਮੇਂ ਰਾਜਾ ਆਣ ਕਰਕੇ ਬੈਠ ਗਿਆ ਮਹਾਂਪੁਰਖਾਂ ਦੇ ਪਾਸ, ਇਹਦੇ ਪਾਸ ਛੋਟਾ ਜਿਹਾ ਭਚੰਗੀ ਸੀ ਬੱਚਾ ਇਹਦਾ, ਉਹ ਨਾਲ ਲੈ ਕਰਕੇ ਆਇਆ। ਮਹਾਂਪੁਰਖਾਂ ਗੋਦੀ ਚੁੱਕ ਲਿਆ, ਬੜਾ ਖੁਸ਼ ਹੋਇਆ ਕਿ ਮਹਾਂਪੁਰਖ ਮੇਰੇ ਪੁੱਤ ਨੂੰ ਬੜਾ ਪ੍ਰੇਮ ਕਰ ਰਹੇ। ਮਹਾਂਪੁਰਖ ਖੜਾਉਂਦੇ ਖੜਾਉਂਦੇ ਕੁਟੀਆ 'ਚ ਲੈ ਗਏ। ਓਡਾ ਇੱਕ ਖੜਾਉਣਾ ਲੱਕੜ ਦਾ ਮਹਾਂਪੁਰਖਾਂ ਨੇ ਬਣਾ ਕੇ ਰੱਖਿਆ ਸੀ, ਬਾਹਰ ਲੈ ਕਰਕੇ ਆਏ ਕੁਟੀਆ 'ਚ, ਉਹਨਾਂ ਵਸਤਰਾਂ 'ਚ ਹੀ ਪਾ ਕਰਕੇ ਬੜੀ ਤੇਜ਼ੀ ਦੇ ਨਾਲ ਮਹਾਂਪੁਰਖਾਂ ਨੇ ਉਹਨੂੰ ਦਰਿਆ 'ਚ ਸੁੱਟ ਦਿੱਤਾ। ਜਿਸ ਸਮੇਂ ਸੁੱਟਿਆ, ਸਾਰੀ ਫੌਜ ਲਾਗੇ ਬੈਠੀ, ਸਾਰੇ ਵਜ਼ੀਰ ਕੋਲ ਬੈਠੇ ਸਨ। ਰਾਜਾ ਭੱਜ ਕਰਕੇ ਦਰਿਆ 'ਚ ਵੜ ਗਿਆ। ਜਦੋਂ ਜਾ ਕੇ ਵੇਖਿਆ ਤੇ ਉਹ ਲੱਕੜ ਦਾ ਬੱਚਾ ਸੀ, ਬੜਾ ਸ਼ਰਮਿੰਦਾ ਹੋਇਆ ਮਨ। ਬਾਹਰ ਆਇਆ, ਮਹਾਂਪੁਰਖ ਹੱਸ ਰਹੇ ਸਨ। ਕਹਿਣ ਲੱਗੇ, ਕਿਉਂ ਰਾਜਨ, ਤੇਰੇ ਪਾਸ ਏਡੀ ਵੱਡੀ ਫੌਜ ਸੀ, ਏਡੇ ਵੱਡੇ ਅਹਿਲਕਾਰ ਸਨ, ਤੂੰ ਉਹਨਾਂ ਨੂੰ ਹੁਕਮ ਕਿਉਂ ਨਹੀਂ ਲਾਇਆ? ਹੱਸ ਕੇ ਕਹਿਣ ਲੱਗਾ ਮਹਾਂਪੁਰਖ, ਸ਼ਰਮਿੰਦਾ ਜਿਹਾ ਹੋਇਆ ਨੀਵੀਂ ਪਾ ਕੇ, ਕਹਿਣ ਲੱਗਾ, ਜੀ ਮੇਰਾ ਆਪਣੇ ਬੱਚੇ ਨਾਲ ਮੋਹ ਹੀ ਇੰਨਾ ਹੈ, ਕਿਸੇ ਹੋਰ ਨੂੰ ਆਵਾਜ਼ ਦੇਣ ਦਾ ਚੇਤਾ ਹੀ ਨਹੀਂ ਆਇਆ। ਮਹਾਂਪੁਰਖ ਕਹਿਣ ਲੱਗੇ, ਭਾਈ ਇਸੇ ਤਰੀਕੇ ਦੇ ਨਾਲ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤ ਹਨ, ਉਹ ਪਰਮੇਸ਼ਰ ਦੇ ਆਪਣੇ ਪੁੱਤਰ ਹਨ। ਪੁੱਤਰਾਂ ਲਈ ਹੋਰਨਾਂ ਨੂੰ ਆਵਾਜ਼ਾਂ ਨਹੀਂ ਦਿੱਤੀਆਂ ਜਾਂਦੀਆਂ, ਆਪ ਹੀ ਜਾਇਆ ਜਾਂਦਾ। ਐਵੇਂ ਭਾਈ ਸਤਿਗੁਰੂ ਸਾਹਿਬ ਜੀ ਵੀ ਆਪਣੇ ਦਾਸਾਂ ਦੀ ਆਪ ਹੀ ਜਾ ਕਰਕੇ ਰੱਖਿਆ ਕਰਦੇ ਹਨ। ਜੇ ਕੋਈ ਹੋ ਜਾਵੇ ਸੀ, ਫਿਰ ਕਿਸੇ ਹੋਰ ਨੂੰ ਨਹੀਂ ਭੇਜਦੇ। ਤੇ ਮਨ 'ਚ ਵਿਚਾਰ ਕਰਕੇ ਵੇਖੀਏ, ਜਿਹਦੀ ਰੱਬ ਰੱਖਿਆ ਕਰਨ ਵਾਸਤੇ ਆ ਜਾਵੇ ਕੋਈ ਹੈ
ਉਹਦਾ ਵਾਲ ਵੀ ਵਿੰਗਾ ਕਰ ਸਕੇ। ਇਸ ਕਰਕੇ ਆਪਣੇ ਦਾਸ ਕੀ ਆਪ ਪੈਜ ਰਾਖੀ। ਆਪਣੇ ਦਾਸਾਂ ਦੀ ਆਪ ਹੀ ਸਤਿਗੁਰੂ ਸਾਹਿਬ ਜੀ ਪੈਜ ਰੱਖਦੇ ਹਨ। ਨਾਨਕ ਸਦ ਕੁਰਬਾਨ। ਮਹਾਰਾਜ ਕਹਿੰਦੇ ਐਸੇ ਪਰਮੇਸ਼ਰ ਵਾਹਿਗੁਰੂ ਤੋਂ ਅਸੀਂ ਸਦਾ ਵਾਰ ਨੇ ਬਲਹਾਰਨੇ ਜਾਂਦੇ ਹਾਂ ਜੀ, ਜਿਨੇ ਐਸੀ ਬਖਸ਼ਿਸ਼ ਕਿਰਪਾ ਕੀਤੀ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ ਕਰਕੇ ਨਿਹਾਲ ਕੀਤਾ ਹੈ, ਨਵਾਜਿਆ ਹੈ ਜੀ। ਧੰਨ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿਮਤ ਕਰਨ, ਦਿਆਲਤਾ ਕਰਨ। ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਰਹਿਮਤ ਸਦਕਾ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦਇਆ ਦੇ ਘਰ ਵਿੱਚ ਆਣ ਕਰਕੇ, ਰਹਿਮਤਾਂ ਕਰਕੇ ਗੁਰਸਿੱਖੋ ਜਿੰਨੇ ਵੀ ਆਪਾਂ ਬੈਠੇ, ਆਪ ਜੀ ਨੇ ਕੱਲ ਦੇ ਦਿਹਾੜੇ ਵੀ ਇੱਥੇ ਬੈਠ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ, ਗੁਰੂ ਕੇ ਖਾਲਸੇ ਦਾ ਸ਼ਹੀਦੀ ਸਰਵਣ ਕਰਨੀ ਹੈ। ਬੇਨਤੀ ਹੈ ਗੁਰਸਿੱਖੋ, ਜਿੱਥੇ ਜਿੱਥੇ ਵੀ ਆਪਾਂ ਬੈਠੇ ਹੋਏ ਹਾਂ, ਜਿੱਥੇ ਜਿੱਥੇ ਵਸ ਰਹੇ ਹਾਂ, ਜਿੱਥੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਣਾ ਹੈ, ਉੱਥੇ ਬਾਣੀ ਨਾਮ ਸਿਮਰਨ ਅਭਿਆਸ ਦਾ ਪਹਿਰਾ ਵੀ ਵਧਾਈਏ, ਬਾਣੀ ਪੜ੍ਹੀਏ, ਉਹਨਾਂ ਦੀ ਯਾਦ ਵਿੱਚ ਚੇਤੇ ਕਰੀਏ ਕਿਹੋ ਜਿਹੇ ਉਹ ਸੂਰਮੇ ਸਨ। ਆ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਹਾਂ, ਇਹ ਸ਼ਬਦ ਉਹਨਾਂ ਦੇ ਹਿਰਦੇ 'ਚ ਵਸਿਆ ਹੋਇਆ। ਇਹ ਬੇਨਤੀਆਂ ਕਰਦੇ ਜਾ ਰਹੇ ਸਨ ਕਿ ਮਹਾਰਾਜ ਜੀ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਮਹਾਰਾਜ ਸਾਡੀ ਗਿਣਤੀ ਨਾ ਕੋਈ ਕਰਿਆ, ਜੇ ਅਸੀਂ ਤੇ ਆਪ ਜੀ ਦੇ ਦਰ ਤੇ ਨਿਸ਼ਾਵਰ ਹੋਣ ਵਾਸਤੇ ਆਏ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਵੀ ਆਪਣੀ ਗਲਵਕੜੀ ਵਿੱਚ ਭਾਈ ਲਛਮਣ ਸਿੰਘ ਜੀ ਵਰਗਿਆਂ ਮਹਾਂਪੁਰਖਾਂ ਨੂੰ ਥਾਂ ਦਿੱਤੀ। ਪੁੱਤਰ ਜੀ ਆਓ, ਬੜੇ ਉਸ ਤੋਂ ਪਹਿਲਾਂ ਵੀ ਲਛਮਣ ਸਿੰਘ ਹੋਏ ਹੋਣਗੇ, ਬਾਅਦ ਵਿੱਚ ਵੀ ਹੋਏ ਹੋਣਗੇ, ਪਰ ਸਰਦਾਰ ਲਛਮਣ ਸਿੰਘ ਧਾਰੋ ਵਾਲੇ ਜਿੰਨਾ ਚਿਰ ਖਾਲਸਾ ਪੰਥ ਹੈ, ਜਿੰਨਾ ਚਿਰ ਪੰਥ ਦਾ ਇਤਿਹਾਸ ਹੈ, ਐਵੇਂ ਕਹਿ ਲਓ ਜਿੰਨਾ ਚਿਰ ਤੱਕ ਇਹ ਸ੍ਰਿਸ਼ਟੀ ਹੈ, ਦੁਨੀਆ ਤੇ ਕੋਈ ਜੰਮਿਆ ਨਹੀਂ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਵਿੱਚੋਂ ਸਰਦਾਰ ਲਛਮਣ ਸਿੰਘ ਜੀ ਨੂੰ ਪਾਸੇ ਕਰ ਦੇਵੇ। ਕੋਈ ਜੰਮਿਆ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕਰਕੇ ਪਾਵਨ ਸਰੂਪ ਦੇ ਦਰਸ਼ਨ ਕਰੇਗਾ, ਦਰਸ਼ਨ ਕਰਦਿਆਂ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੇਗਾ। ਧੰਨ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਆਪਣੇ ਸਿੱਖਾਂ ਲਈ ਮਹਾਰਾਜ ਜੀ ਐਸੇ ਉਪਦਰਵ ਨੂੰ ਹਟਾਉਣ ਵਾਸਤੇ ਆਪਣੇ ਸਰੀਰ ਉੱਤੇ ਗੋਲੀਆਂ ਜਰੀਆਂ। ਧੰਨ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਪਿਆਰੇ ਸਿੱਖ ਭਾਈ ਲਛਮਣ ਸਿੰਘ ਜੀ, ਜਿਨ੍ਹਾਂ ਦਾ ਪਾਵਨ ਸਰੀਰ ਆਪ ਜੀ ਦੇ ਵਿੱਚ ਹੀ ਅਭੇਦ ਹੋ ਗਿਆ। ਐਸੀ ਭਾਈ ਉਹਨਾਂ ਪਾਵਨ ਸ਼ਹੀਦਾਂ ਨੂੰ ਇਸ ਤਰੀਕੇ ਨਾਲ ਯਾਦ ਕਰੀਏ, ਇਸ ਤਰੀਕੇ ਦੇ ਨਾਲ ਉਹਨਾਂ ਦੇ ਦਰਸ਼ਨ ਦੀਦਾਰੇ ਸਤਿਗੁਰੂ ਸਾਹਿਬ ਜੀ ਦੇ ਵਿੱਚੋਂ ਕਰੀਏ। ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ। ਹੋਈਆਂ ਗਲਤੀਆਂ ਭੁੱਲਾਂ ਅਨੇਕ ਤਰੀਕੇ ਦੀਆਂ ਆਪ ਸਿੱਖ ਸੰਗਤਾਂ ਨੇ ਮਾਫ ਕਰਨੀਆਂ ਜੀ। ਅਗਾਂਹ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ, ਲੇਖੇ ਕਤੇ ਨਾ ਛੁੱਟੀਐ ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।